डर नहीं है तो तुम उस वे इनकार कर दोगे। विश्वास करो, ये प्रभु का वचन जो सानू हिम्मत देता। स्ट्रोंग बाइबल की है, बाइबल जब तुम ध्यान दे के पढ़ते जाओगे तो सिद्ध होंगे जाओगे। क्योंकि प्रभु ने अब्राहम को बोलिया, अब्राहम मेरे वचन पढ़ता जा, मेरी उपस्थिति च बनया रह, तो सिद्ध होंदा जा। कहने का भाव की है कि बाइबल तो बिना तुम स्ट्रोंग नहीं हो सकते। बाइबल तो कली प्रेयर कुछ नहीं करेगी, पहली प्रेयर भी करो, पर प्रेयर के नाल तुहानू पवित्र बाइबल सब तो ज़्यादा मजबूती देगी। कि सदरक मिसक अबदनगो दी भगती विच उन्हां दी स्टोरी किद्दां चेंज की प्रभु ने, अज मेरी स्टोरी किद्दां चेंज होएगी। हुण अगली साइड ते जद मैं पढ़दा, इहदी मैं पढ़दा 21 नंबर आयत विच मैं फिर पढ़ांगा। इत्थे लिखिआ तद ओ आदमी अपने झग्गियां कुटनियां पग्गां अते लीड़ियां सने बन्ने गए अते अग दी बलदी हुई पट्टी विच सुट्टे गए। दस्सिआ कि जिहड़े पहलवान आ इन्हां ने किस तरीके नाल बन्निआ, उन्हां नूं झग्गियां कुटनियां पग्गां अते लीड़ियां सने बन्ने गए। दस्सिआ कि उन्हां दे कपड़े भी नवाए, उदां जिद्दां है उदां ही बन लिया, उन्हां नूं सुट दिता। अगली साइड लिखिआ इसलिए कि राजे ने वड्डा हुक्म तकीद नाल सी कि भट्ठी नूं ताओ अत वधीक सी, इस कारण अग दी लो ने सदरक मिसक अते अबदनगो ते चुक्कण वालियां नूं साड़ सुट्टिया। आमीन। दस्सिआ कि अग दा ताओ 7 गुणा तेज राजे दा हुक्म सी। और बाइबल ने की दस्सिआ कि जिन्हां ने सुट्टिया, बाइबल च लिखा उस वेले उन्हां दे हत्थां नूं साड़ दिता, उन्हां नूं साड़ छड्डिया। जिहड़े सुट्टणगे ताकतवर पहलवान और जो बॉडी फिल्टर राजे ने रखे सी, अज देखिआ जिद्दां बाउंसर रखे हुंदे ने, ये बाउंसर सी, ये ताकतवर बंदे। दस्सिआ कि ਜਦੋਂ ਇਹਨਾਂ ਨੇ ਬਲੇਟਿਆ ਉਹਨਾਂ ਨੂੰ ਸਭ ਕੁਝ ਸੁੱਟਿਆ। ਦੱਸਿਆ ਕਿ ਜੇ ਉਹਨਾਂ ਨੂੰ ਸੁੱਟਿਆ ਗਿਆ ਅੰਦਰ ਉਹਨਾਂ ਨੂੰ ਕੁਝ ਨਹੀਂ ਆ, ਪਰ ਜਿਹੜੇ ਸੁੱਟਣ ਵਾਲੇ ਸੀ ਉਹਨਾਂ ਕੀ ਕੀਤਾ, ਅੱਗ ਨੇ ਕੀ ਕਰਦਾ, ਸਾੜ ਸੁੱਟਿਆ। ਅਗਲੀ ਸਾਈਡ ਤੇ ਅਤੇ ਲਿਖਿਆ ਅਤੇ ਇਹ 3 ਮਨੁੱਖ ਅਰਥਾਤ ਸਦਰਕ ਮਿਸਕ ਅਬਦਨਗੋ ਬੱਧੇ ਹੋਏ ਅੱਗ ਦੀ ਬਲਦੀ ਹੋਈ ਪੱਟੀ ਵਿੱਚ ਪੈ ਗਏ। ਦੱਸਿਆ ਕਿ ਬੰਨੇ ਆ ਤੇ ਨਹੀਂ ਸੁੱਟਦੇ ਆ ਅੱਗ ਦੀ ਬਲਦੀ ਹੋਈ ਪੱਟੀ 'ਚ। ਹੁਣ ਇੱਥੇ ਵੇਖਣ ਵਾਲੀ ਗੱਲ ਇਹ ਆ ਕਿ ਜਿਹੜੇ ਵਿੱਚ ਸੁੱਟੇ ਗਏ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਤੇ ਪਰ ਜਿਨ੍ਹਾਂ ਸੁੱਟਿਆ ਉਹ ਸੜ ਗਏ ਨੇ। ਕਾਰਨ ਕਿਉਂਕਿ ਉਹਨਾਂ ਨੂੰ ਪ੍ਰਭੂ ਨਹੀਂ ਆ। ਪਰਮੇਸ਼ਵਰ ਨੂੰ ਪਤਾ ਸੀ ਮੇਰੇ ਬੱਚੇ ਮੇਰੇ ਤੇ ਵਿਸ਼ਵਾਸ ਕਰ ਰਹੇ ਆ, ਔਰ ਮੈਂ ਇਹਨਾਂ ਦੇ ਜਾਣ ਤੋਂ ਪਹਿਲਾਂ ਹੀ ਉਹ ਜਗ੍ਹਾ ਦੇ ਇਸ ਕੰਮ ਨੂੰ ਕਰਨਾ। ਆਮੀਨ। ਅਗਲੀ ਸਾਈਡ ਦੇ 24 ਹੈ, ਇੱਥੇ ਲਿਖਿਆ ਤਾਂ ਨਬੂਕਦਨੇਸਰ ਰਾਜੇ ਨੇ ਰਾਜਾ ਹੱਕਾ-ਬੱਕਾ ਹੋ ਕੇ ਝਟ ਖਲੋ ਗਿਆ। ਉਹ ਬੋਲਿਆ ਕਿ ਆਪਣੀ ਸਲਾਹਕਾਰਾਂ ਨੂੰ ਕਹਿਣ ਲੱਗਾ, ਆਖਣ ਲੱਗਾ ਕਿ ਅਸੀਂ 3 ਬੰਦਿਆਂ ਨੂੰ ਬੰਨਿਆ ਗਿਆ ਸੀ, ਬੰਨ ਕੇ ਅੱਗ ਵਿੱਚ ਸੁੱਟਿਆ। ਉਹਨਾਂ ਨੇ ਉੱਤਰ ਦਿੱਤਾ, ਹੇ ਰਾਜਨ ਸੱਚ। ਆਂਦਾ ਵੀ ਆਪਾਂ ਆਪਣੇ ਬੰਦਿਆਂ ਨਾਲ ਗੱਲ ਕਰਨ ਲੱਗਾ ਵੀ ਆਪਾਂ ਤੇ 3 ਬੰਦੇ ਸੁੱਟੇ ਸੀ। ਉਹ ਆਂਦੇ ਹਾਂ ਰਾਜਨ ਸਹੀ ਗੱਲ, ਆਪਾਂ 3 ਸੁੱਟੇ ਸੀ। ਅਗਲੀ ਸਾਈਡ ਤਾਂ ਉਸ ਨੇ ਉੱਤਰ ਦੇ ਕੇ ਆਖਿਆ, ਭਾਈ ਵੇਖ 4 ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਦਾ ਹਾਂ ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ ਅਤੇ ਚੌਥੇ ਦਾ ਸਰੂਪ ਦੇਵਤਾ ਦੇ ਪੁੱਤਰ ਦਾ ਹੈ। ਆਮੀਨ। ਹਾਲੇਲੂਇਆ। ਵੇਖੋ ਮੇਰੇ ਜੀ ਸਾਥੀਓ, ਦਿਲਚਸਪ ਨਜ਼ਾਰਾ ਆ ਗਿਆ ਇਹ ਜਗ੍ਹਾ ਤੇ। ਦੱਸਿਆ ਕਿ ਰਾਜੇ ਨੇ ਕੀ ਵੇਖਿਆ, ਆਂਦਾ ਆਪਾਂ 3 ਲੋਕਾਂ ਨੂੰ ਸੁੱਟਿਆ, ਪਰ ਚੌਥਾ ਜਿਹੜਾ ਵਿੱਚ ਉਹ ਕੌਣ ਆ ਗਿਆ? ਚੌਥਾ ਪਰਮੇਸ਼ਵਰ ਸੀ। ਕੌਣ? ਜਿਹਦੀ ਦਲੇਰੀ ਉਹਦੇ ਅੰਦਰ ਸੀ। ਮੇਰੇ ਜੀ ਸਾਥੀਓ, ਅੱਜ ਮੈਂ ਤੁਹਾਡੇ ਜੀਵਨ 'ਚ ਦਲੇਰੀ ਵੇਖਣਾ ਚਾਹੁੰਦਾ। ਡਰੋ ਨਹੀਂ, ਸ਼ੈਤਾਨ ਕੁਛ ਨਹੀਂ ਵਿਗਾੜ ਸਕਦਾ ਸਾਡਾ। ਹੁਣ ਇਹ ਜਗ੍ਹਾ ਤੇ ਦੱਸਾਂ ਕਿ ਜਦੋਂ ਰਾਜੇ ਨੇ ਚੌਥੇ ਨੂੰ ਵੇਖਿਆ, ਦੱਸਾਂ ਕਿ ਉਹਦਾ ਸਰੂਪ ਦੇਵਤਿਆਂ ਦੇ ਪੁੱਤਰ ਵਰਗਾ ਸੀ। ਉਸ ਸਵੈਮ ਪਰਮੇਸ਼ਵਰ ਪ੍ਰਭੂ ਜੀ ਉਸ ਭੱਠੀ ਵਿੱਚ ਆ ਗਏ ਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ। ਤੁਸੀਂ ਕੀ ਸੋਚਦੇ ਜੇ? ਅੱਜ ਮੰਨ ਲਓ ਤੁਸੀਂ ਫਾਸਟਿੰਗ ਰੱਖਦੇ ਜੇ, ਤੁਸੀਂ ਚਰਚ ਅਟੈਂਡ ਕਰਦੇ ਜੇ, ਤੁਸੀਂ ਬਾਈਬਲ ਪੜ੍ਹਦੇ ਜੇ, ਤੁਹਾਡਾ ਖਿਆਲ ਪਰਮੇਸ਼ਵਰ ਤੁਹਾਨੂੰ ਛੱਡ ਦੇਗਾ? ਨਹੀਂ। ਬਾਈਬਲ 'ਚ ਲਿਖਿਆ, ਨਾ ਮੈਂ ਛੱਡਾਂਗਾ ਨਾ ਮੈਂ ਤੁਹਾਨੂੰ ਤਿਆਗਾਂਗਾ। ਜਦੋਂ ਤੁਸੀਂ ਜਸ਼ਾਇਆ ਦੀ ਕਿਤਾਬ ਪੜ੍ਹਦੇ ਹੋ, ਜਸ਼ਾਇਆ ਜਦ ਅਸੀਂ ਧਿਆਨ ਦੇ ਕੇ ਪੜ੍ਹਦੇ ਹਾਂ, ਬਾਈਬਲ ਦੇ ਵਿੱਚ ਲਿਖਿਆ ਜਸ਼ਾਇਆ ਨੂੰ 41 ਬਾਬੂ ਦੀ 10 ਹੈ। ਜਦੋਂ ਤੁਸੀਂ ਧਿਆਨ ਨਾਲ ਪੜ੍ਹਦੇ ਹੋ, ਉੱਥੇ ਲਿਖਿਆ, ਨਾ ਡਰ ਨਾ ਡਰ ਨਾ ਡਰ, ਮੈਂ ਤੇਰੇ ਅੰਗ ਜੋ ਤੇਰੇ ਸੰਗ ਆ, ਨਾ ਘਾਬਰ, ਮੈਂ ਤੇਰਾ ਪਰਮੇਸ਼ਵਰ ਆ। ਜਿੰਨੇ ਲੋਕ ਤੈਨੂੰ ਸ਼ਰਮਿੰਦਾ ਵੇਖਣਾ ਚਾਹੁੰਦੇ ਆ, ਬਾਈਬਲ 'ਚ ਲਿਖਿਆ, ਮੈਂ ਉਹਨਾਂ ਦੇ ਮੂੰਹਾਂ ਨੂੰ ਕਾਲੇ ਕਰ ਦਾਂਗਾ। ਆਮੀਨ। ਮੇਰੇ ਜੀ ਸਾਥੀਓ, ਤੁਸੀਂ ਡਰੋ ਨਹੀਂ, ਔਰ ਪਰਮੇਸ਼ਵਰ ਸਾਡੇ ਨਾਲ ਹੈ। लॉकडाउन च भी परमेश्वर साडे नाल है, लॉकडाउन तो बाद भी प्रभु साडे नाल आ, रात के समय भी प्रभु साडे नाल आ, उठन दे वेले भी प्रभु साडे नाल है। वो कदी नहीं सानू छड्डदा, क्योंकि बाइबल च लिखिया
ਮੱਤੀ 28 ਤੇ ਜਦ ਬਾਈਬਲ 'ਚ ਲਿਖਿਆ ਪ੍ਰਭੂ ਨੇ ਮੁਰਦਿਆਂ ਵਿੱਚੋਂ ਜੀ ਉੱਠਿਆ, ਪ੍ਰਭੂ ਨੇ ਆਪਣੇ ਚੇਲਿਆਂ ਨੂੰ ਕੀ ਆਖਿਆ ਕਿ ਮੈਂ ਜਗਤ ਦੇ ਅਖੀਰ ਤੱਕ, ਅੰਤ ਤੱਕ, ਹਰ ਵਕਤ ਤੁਹਾਡੇ ਕੀ ਆ, ਨਾਲ ਆ। ਆਮੀਨ। ਕਿਉਂਕਿ ਜੋ ਬਾਈਬਲ ਦੀ ਲਿਖਤ ਸਾਨੂੰ ਦੱਸਦੀ ਹੈ, ਸਾਨੂੰ ਇਹਦੇ ਉੱਤੇ ਚੱਲਣ ਦੀ ਲੋੜ ਹੈ, ਵਿਸ਼ਵਾਸ ਕਰਨ ਦੀ ਲੋੜ ਹੈ। ਹੁਣ ਮੇਰੇ ਜੀ ਸਾਥੀਓ, ਅੱਜ ਵੇਖੋ ਇਹ ਜਗ੍ਹਾ ਤੇ ਜਦ ਬੜੇ ਧਿਆਨ ਨਾਲ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਿਆ ਕਿ ਉਹ ਡਰੇ ਨਹੀਂ, ਉਹਨਾਂ ਰਾਜੇ ਦੀ ਕਿਸੇ ਵੀ ਗੱਲ ਤੋਂ, ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕੀਤੀ। ਇਸ ਕਰਕੇ ਮੇਰੇ ਜੀ ਸਾਥੀਓ ਵੇਖੋ, ਉਹ ਪਰਮੇਸ਼ਵਰ ਦੇ ਬੰਦੇ, ਉਹਨਾਂ ਦੇ ਅੰਦਰ ਇੰਨੀ ਦਲੇਰੀ ਸੀ। ਔਰ ਵੇਖੋ ਪ੍ਰਭੂ ਨੂੰ ਪਤਾ ਸੀ ਮੇਰੇ ਬੱਚੇ ਆ, ਔਰ ਪ੍ਰਭੂ ਨੇ ਦੇਖਿਆ, ਪ੍ਰਭੂ ਆਏ ਬਚਾਉਣ ਲਈ। ਸਾਡਾ ਖਿਆਲ ਕੀ ਆ, ਪ੍ਰਭੂ ਤੁਹਾਨੂੰ ਛੱਡ ਦੇਗਾ? ਇਹ ਉਹ ਪਰਮੇਸ਼ਵਰ ਆ, ਤੁਸੀਂ ਉਸੇ ਵਕਤ ਪ੍ਰੇਰ ਕਰੋ, ਅੱਖ ਝਪਕ ਤੋਂ ਪਹਿਲਾਂ ਤੁਹਾਨੂੰ ਖੁਦਾ ਉੱਤਰ ਦੇਵੇਗਾ। ਇਹ ਉਹ ਪ੍ਰਭੂ ਨਹੀਂ ਆ। ਬਾਈਬਲ 'ਚ ਲਿਖਿਆ ਜਦ ਏਲੀਆ ਨੇ ਉਹਨਾਂ ਲੋਕਾਂ ਨੂੰ ਮਾਰਿਆ, ਤੇ ਬਾਈਬਲ 'ਚ ਲਿਖਿਆ ਏਲੀਆ ਨੇ ਕੀ ਬੋਲਿਆ ਕਿ ਜਦ ਬਲੀ ਚੜਾਉਣੀ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਮਾਂ ਮਿਲੇਗਾ। ਦੱਸਿਆ ਬਿਆਲ ਦੇ ਲੋਕਾਂ ਨੇ ਕੀ ਕੀਤਾ, ਸਾਰੀ ਦਿਹਾੜੀ ਬਿਆਲ ਨੂੰ ਪਿਟਾਉਂਦੇ, ਬਿਆਲ ਆ, ਤੇ ਬਿਆਲ ਨੇ ਆਵਾਜ਼ ਹੀ ਨਹੀਂ ਦਿੱਤੀ। ਦੱਸਿਆ ਕਿ ਏਲੀਆ ਨੇ ਕੀ ਆਖਿਆ, ਆਂਦਾ ਵੇਖੋ ਕਿਤੇ ਸਫ਼ਰ 'ਚ ਨਾ ਆਵੇ, ਵੇਖੋ ਕਿਤੇ ਉਹਨੂੰ ਨੀਂਦ ਨਾ ਆ ਗਈ ਹੋਵੇ, ਵੇਖੋ ਕਿਤੇ ਤੁਹਾਡੀ ਆਵਾਜ਼, ਕਿਉਂਕਿ ਮਜ਼ਾਕ ਕੀਤਾ ਪ੍ਰਭੂ ਦੇ ਦਾਸ ਨੇ। ਅੱਜ ਜਦੋਂ ਸ਼ੈਤਾਨ ਨੂੰ ਮਜ਼ਾਕ ਕਰਦੇ, ਸ਼ੈਤਾਨ ਰੋਂਦਾ ਵਾ। 2 ਮਿੰਟ ਪਹਿਲੇ ਮੈਂ ਵਿੱਚ ਜਦੋਂ ਬੋਰੇ ਜਗ੍ਹਾ ਤੇ ਖਲੋਤਾ, ਕਈ ਗੱਲਾਂ ਕਰ ਰਿਹਾ, ਬੁਰਾ ਬੋਲਦਾ, ਕਿਉਂਕਿ ਉਹਨੂੰ ਉਹਦੀ ਡੰਡ ਲੱਥਣ ਦੀ ਹੈ ਨਾ, ਰੋਂਦਾ ਵਾ। ਤੇ ਲੋਕਾਂ ਨੂੰ ਸਟਰੋਂਗ ਕਿਉਂ ਕਰਦਾ ਬਾਈਬਲ ਦੇ ਦੁਆਰਾ? ਮੇਰੇ ਜੀ ਸਾਥੀਓ, ਮੈਂ ਖੁਦ ਸਟਰੋਂਗਰ ਹੋ ਰਿਹਾ। ਵੇਖੋ ਮੇਰੇ ਜੀ ਸਾਥੀਓ, ਮੇਰੀ ਉਨਤੀ ਬਾਈਬਲ ਪੜ੍ਹਨ ਦੇ ਨਾਲ ਅੱਜ ਬਹੁਤ ਸਾਰੇ ਲੋਕ ਕਹਿੰਦੇ ਸੰਤ ਜੀ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ, ਸਾਡਾ ਫੋਨ ਨਹੀਂ ਚੁੱਕਦੇ। ਮੇਰੇ ਜੀ ਸਾਥੀਓ, ਜਿਸ ਦਿਨ ਤੋਂ ਹੁਣ ਮੈਂ ਬਾਹਰ ਜਾ ਰਿਹਾ, ਪ੍ਰਭੂ ਭੋਜ ਹੋ ਰਿਹਾ, ਮੇਰੇ ਕੋਲ ਬਹੁਤ ਘੱਟ ਸਮਾਂ ਦਿੱਤਾ ਜਾ ਰਿਹਾ ਬਾਈਬਲ ਨੂੰ ਪੜ੍ਹਨ ਦਾ, ਬਹੁਤ ਘੱਟ ਸਮਾਂ ਪ੍ਰੇਰ ਹੋ ਰਹੀ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਲਗਾਤਾਰ ਬਾਈਬਲ ਦੀ ਹਦਾਇਤਾਂ ਨੂੰ ਮੰਨਦੇ ਜਾਓਗੇ, ਜਿਹੜਾ ਸਦਰਕ ਤੇ ਮਿਸਕ ਅਬਦਨਗੋ ਨੂੰ ਬਚਾ ਸਕਦਾ, ਉਹੀ ਤੁਹਾਡਾ ਪਰਮੇਸ਼ਵਰ ਆ, ਉਹੀ ਮੇਰਾ ਪਰਮੇਸ਼ਵਰ ਆ। ਡਰੋ ਨਹੀਂ, ਲੜੋ, ਜਿੱਤੋ, ਕਰੋ ਜਾਂ ਮਰੋ। ਆਮੀਨ। ਕੰਪਲੇਂਟ ਕਰਨ ਵਾਲਿਆਂ ਦਾ ਰੱਬ ਨਹੀਂ ਆ। ਹੁਣ ਸਦਰਕ ਮਿਸਕ ਅਬਦਨਗੋ ਨੇ ਕੰਪਲੇਂਟ ਨਹੀਂ ਕੀਤੀ, ਹਾਏ ਉਹ ਪ੍ਰਭੂ ਮਰ ਚੱਲੇ, ਮਾਰ ਦਿੱਤਾ, ਇਹਨਾਂ ਸੁੱਟ ਦਿੱਤਾ ਸਾਨੂੰ ਭੱਠੀ 'ਚ। ਦੱਸਿਆ ਕਿ ਉਹ ਦਲੇਰ ਸੀ ਖੁਦਾ ਦੇ ਬੰਦੇ, ਉਹਨਾਂ ਨੂੰ ਪਤਾ ਸੀ ਕਿ ਜਿਹਦੀ ਅਸੀਂ ਭਗਤੀ ਕਰਦੇ ਆ ਉਹ ਸਾਨੂੰ ਬਚਾਵੇਗਾ। ਮੈਂ ਤੁਹਾਨੂੰ ਏਲੀਆ ਦੇ ਬਾਰੇ ਕਿਉਂ ਦੱਸਿਆ? ਉਹਨਾਂ ਨੇ ਬਾਰ-ਬਾਰ ਆਪਣੇ ਆਪ ਨੂੰ ਦੱਸਿਆ ਕਿ ਛੁਰੀਆਂ ਮਾਰ ਕੇ ਆਪਣਾ ਬੁਰਾ ਹਾਲ ਕਰ ਰਿਹਾ, ਔਰ ਤੁਰੇ ਫਿਰਦੇ ਨੇ, ਬਾਰ-ਬਾਰ ਬੇਦੀ ਦੇ ਮਗਰ ਭੁੜਕਦੇ ਫਿਰਦੇ ਨੇ। ਮਜ਼ਾਕ ਡਾਇਆ ਏਲੀਆ ਨੇ, ਖੁਦਾ ਦੇ ਦਾਸ ਨੇ। ਤੇ ਵੇਖੋ ਤੁਹਾਡਾ ਬਿਆਲ ਕਿਤੇ ਸੁੱਤਾ ਨਾ ਹੋਵੇ, ਵੇਖਿਓ ਕਿਤੇ ਉਹਨੂੰ ਕਿਤੇ ਰਸਤੇ 'ਚ ਨਾ ਹੋਵੇ, ਕਿਤੇ ਵੇਖੋ ਉਹਨੂੰ ਕਿਤੇ ਨੀਂਦ ਨਾ ਆ ਗਈ ਹੋਵੇ। ਕਿਉਂ? ਉਹਨੂੰ ਪਤਾ ਪਰਮੇਸ਼ਵਰ ਦੇ ਦਾਸ ਨੂੰ ਉਹਨੇ ਆਉਣਾ ਹੀ ਨਹੀਂ ਆ। ਸਾਡਾ ਪਰਮੇਸ਼ਵਰ ਆ, ਅੱਖ ਝਮਕਣ ਤੋਂ ਪਹਿਲਾਂ ਉੱਤਰ ਦਿੰਦਾ। ਮੇਰੇ ਜੀ ਸਾਥੀ, ਸੱਚੇ ਰੱਬ ਨੂੰ ਮੰਨੋ। ਸੱਚਾ ਰੱਬ ਪ੍ਰਭੂ ਪਰਮੇਸ਼ਵਰ, ਪ੍ਰਭੂ ਯਿਸੂ ਹੀ ਆ, ਜਿਹੜਾ ਸਾਨੂੰ ਹਰ ਤਰ੍ਹਾਂ ਦੀ ਮੁਸੀਬਤ ਤੋਂ ਬਚਾ ਸਕਦਾ। ਔਰ ਉਹੀ ਹੋਲੀ ਸਪਿਰਿਟ ਪਿਤਾ ਵਾ, ਜਿਹੜਾ ਸਾਡੀ ਗੱਲਾਂ ਨੂੰ ਸੁਣਦਾ, ਕੰਨ ਦੇ ਕੇ ਆਪਣੇ ਬੱਚਿਆਂ ਦੀ ਦੁਹਾਈਆਂ ਨੂੰ ਸੁਣਦਾ। ਅੱਜ ਦੀ ਪ੍ਰੀਚਿੰਗ ਸੁਣਦੇ ਪ੍ਰਭੂ ਜੀ ਧਿਆਨ ਦੇ ਕੇ ਆਪਣੇ ਬੱਚਿਆਂ ਦੀ ਗੱਲਾਂ ਨੂੰ ਸੁਣ ਰਹੇ। ਇਹ ਮੇਰਾ ਮੈਸੇਜ ਪਾਉਣ ਦਾ ਮਤਲਬ ਕੀ ਕਿ ਜਿਹੜੇ ਅੱਜ ਦੋਗਲੇ ਚੱਲਦੇ ਆ, ਬੁੱਤਾਂ ਦੀ ਪੂਜਾ ਵੀ ਕਰਦੇ, ਮੱਥਾ ਵੀ ਟੇਕਦੇ, ਅੱਜ ਸਪੈਸ਼ਲ ਵਚਨ ਉਹਨਾਂ ਲਈ ਆ ਕਿ ਮੇਰੇ ਜੀ ਸਾਥੀਓ, ਇੱਕ ਚਿੱਤ ਇੱਕ ਮੰਨੋਗੇ, ਖੁਦਾ ਨੂੰ ਮੰਨੋ। ਫਿਰ ਵੇਖੋ ਤੁਹਾਡੀ ਲਾਈਫ ਦੇ ਵਿੱਚ ਉਹ ਕੰਮ ਹੋਣਗੇ ਜਿਹੜੇ ਤੁਸੀਂ ਸੋਚ ਨਹੀਂ ਸਕਦੇ। ਉਹ ਚੀਜ਼ਾਂ ਨੂੰ ਤੁਸੀਂ ਦੇਖਣ ਜਾ ਰਹੇ ਜਿਹੜੀਆਂ ਤੁਸੀਂ ਲੰਬੇ ਸਮੇਂ ਤੋਂ ਚਾਹੁੰਦੇ ਹੋ ਕਿ ਹੁਣ ਨਹੀਂ ਸੀ ਹੋ ਰਹੀਆਂ, ਪਰ ਹੋਣਗੀਆਂ ਹੁਣ। ਆਮੀਨ। ਵੱਡੇ ਬੰਧਨ ਟੁੱਟਦੇ ਵੇਖੋਗੇ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ, ਵੱਡੇ ਕੰਮਾਂ ਨੂੰ ਦੇਖੋਗੇ ਪਰਮੇਸ਼ਰ ਦੀ ਹਜ਼ੂਰੀ 'ਚ। ਕਿਉਂਕਿ ਜੇ ਜਗ੍ਹਾ ਤੇ ਜੀਵਤ ਵਚਨ ਹੈ, ਉਹ ਜਗ੍ਹਾ ਤੇ ਕੋਈ ਵੀ ਤਾਕਤ, ਕੋਈ ਵਿਪੱਤੀ, ਕੋਈ ਵੀ ਸਾਨੂੰ ਰੋਕ ਨਹੀਂ ਸਕਦੀ। ਆਉਣ ਵਾਲਾ ਸਮਾਂ ਪ੍ਰਭੂ ਜੀ ਕਹਿ ਰਹੇ ਕਿ ਉਹਨਾਂ ਲੋਕਾਂ ਲਈ ਬੈਸਟ ਹੈ ਜਿਹੜੇ ਲੋਕ ਪਵਿੱਤਰ ਬਾਈਬਲ ਨਾਲ ਪਿਆਰ ਕਰਦੇ ਆ, ਆਪਣੇ ਦਾਸ ਨੂੰ ਛੱਡ ਕੇ ਜਿਹੜੇ ਸਭ ਤੋਂ ਵੱਧ ਜੀਸਸ ਦੇ ਨਾਲ ਪਿਆਰ ਕਰਦੇ ਆ। ਪ੍ਰਭੂ ਕਹਿ ਰਹੇ ਕਿ ਦਾਸ ਨਾਲ ਪਿਆਰ ਕਰੋ, ਪਰ ਸਭ ਤੋਂ ਵੱਧ ਆਪਣੇ ਪਰਮੇਸ਼ਵਰ ਦੇ ਨਾਲ ਪਿਆਰ ਕਰੋ। ਇਬਰਾਨੀਆਂ 12:2 ਹਮੇਸ਼ਾ ਹੀ ਇਹ ਸਪੈਸ਼ਲ ਮੇਰੀ ਆਇਤ ਆ ਕਿ ਸਦਾ ਜਦ ਤੱਕ ਮੈਂ ਜਿਉਂਦਾ ਰਵਾਂਗਾ। ਉਹ ਆਇਤ ਮੇਰੇ ਜੀਵਨ 'ਚ ਮੇਰੀ ਫੇਵਰੇਟ ਆਇਤ ਆ। ਇਬਰਾਨੀਆਂ 12:2, ਯਿਸੂ ਨੂੰ ਤੱਕਦੇ ਰਹੋ, ਜਿਹੜਾ ਨੇਚਾ ਦਾ ਕਰਤਾ ਤੇ ਸੰਪੂਰਨ ਕਰਨ ਵਾਲਾ ਪਰਮੇਸ਼ਵਰ ਹੈ। ਇਸ ਕਰਕੇ ਮੇਰੇ ਜੀ ਸਾਥੀ, ਮੈਂ ਅਗਲੀ ਸਾਈਡ ਤੇ ਪੜਨ ਵਾਸਤੇ ਜਾ ਰਿਹਾ। ਅਗਲੀ ਸਾਈਡ ਤੇ ਪੜਾਂਗੇ। ਅਗਲੀ ਸਾਈਡ ਤੇ ਜਾਂਦੇ ਦੀ ਮੈਂ 26 ਆਇਤ ਪੜਦਾ ਤੇ ਲਿਖਿਆ, ਫਿਰ ਨਬੂਦਕ ਨਸਰ ਅੱਗ ਦੀ ਬਲਦੀ ਹੋਈ ਪੱਟੀ ਦੇ ਬੂਹੇ ਦੇ ਨੇੜੇ ਆਇਆ। ਉਹ ਬੋਲਿਆ, ਹੇ ਸਦਰਕ ਮੀਸਕ ਅਬਦਨਗੋ, ਅਤ ਮਹਾਨ ਪਰਮੇਸ਼ਰ ਦੇ ਬੰਦਿਓ, ਬਾਹਰ ਨਿਕਲੋ ਅਤੇ ਇੱਧਰ ਆਓ। ਤਾਂ ਸਦਰਕ ਮੀਸਕ ਅਬਦਨਗੋ ਅੱਗ ਵਿੱਚ ਨਿਕਲ ਆਏ। ਆਮੀਨ। ਹੁਣ ਇਹ ਜਗ੍ਹਾ ਤੇ ਕੀ ਹੋਇਆ?
ਉਹਨੇ ਕੀ ਬੋਲਿਆ ਕਿ ਉਹਨੇ ਰਾਜੇ ਨੇ ਆਪਣੀ ਅੱਖਾਂ ਦੇ ਨਾਲ ਪਰਮੇਸ਼ਰ ਨੂੰ ਉਸ ਦੇ ਵਿੱਚ ਉਹਨਾਂ ਦੇ ਵਿੱਚ ਖਲੋਤਾ ਵੇਖਿਆ। ਉਹ ਰਾਜਾ ਜਿਹੜਾ ਪਹਿਲੇ ਕੀ ਬੋਲਦਾ ਸੀ ਕਿ ਤੁਸੀਂ ਮੇਰੇ ਦੇਵਤੇ ਨੂੰ ਮੱਥਾ ਨਹੀਂ ਟੇਕਿਆ, ਮੇਰੀ ਮੂਰਤ ਨੂੰ ਮੱਥਾ ਨਹੀਂ ਟੇਕਿਆ, ਪਰ ਹੁਣ ਇਹ ਰਾਜਾ ਕੀ ਕਹਿ ਰਿਹਾ ਕਿ ਹੇ ਆਤਮਾਨ ਪਰਮੇਸ਼ਰ ਦੇ ਬੰਦਿਓ। ਰਾਜੇ ਨੇ ਖੁਦ ਆਪਣੇ ਮੂੰਹ ਤੋਂ ਸਿਫਤ ਕੀਤੀ। ਕਿਉਂ? ਕਿਉਂਕਿ ਉਹ ਪਰਮੇਸ਼ਵਰ ਦੇ ਬੰਦੇ ਅੜੇ ਔਰ ਖੜੇ ਰਹੇ। ਅੱਜ ਮੇਰੇ ਜੀ ਸਾਥੀਓ, ਸਾਡੇ ਤੇ ਕੋਈ ਪ੍ਰੋਬਲਮ ਆਉਂਦੀ ਹੈ, ਆਪਣੇ ਸਟੈਂਡ ਨੂੰ ਨਹੀਂ ਛੱਡਣਾ। ਜਿਹੜਾ ਬੰਦਾ ਆਪਣੇ ਸਟੈਂਡ ਨੂੰ ਛੱਡ ਗਿਆ, ਨੀਚੇ ਤੋਂ ਗਿਰ ਗਿਆ, ਮੈਂ ਕਿਉਂ ਕੁਛ ਨਹੀਂ ਕਰ ਸਕਦਾ। ਬਹੁਤ ਸਾਰੇ ਲੋਕ ਐਸੇ ਲੋਕ ਮੈਂ ਦੇਖਦਾ ਜੋ ਭਟਕਣਾ ਦੇ ਵਿੱਚ ਲੱਗੇ ਹੋਏ ਨੇ। ਪਰ ਮੇਰੇ ਜੀ ਸਾਥੀਓ, ਮੈਂ ਤੁਹਾਡੇ ਜੀਵਨ 'ਚ ਖੁਦਾ ਦੀ ਬਾਣੀ ਨੂੰ ਦੇਖਣਾ ਚਾਹੁੰਦਾ। ਜਿਵੇਂ ਜਿਵੇਂ ਬਾਈਬਲ ਪੜ੍ਹਦੇ ਜਾਵੋਗੇ, ਤਿਵੇਂ ਤਿਵੇਂ ਤੁਸੀਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਸਮਝਦੇ ਜਾਓਗੇ। ਜਿਵੇਂ ਜਿਵੇਂ ਵੇਖੋ, ਇੱਕ ਬੰਦਾ ਆਫਿਸ ਦੇ ਵਿੱਚ ਕੰਮ ਕਰਦਾ, ਉਹ ਜਿਵੇਂ ਜਿਵੇਂ ਆਪਣੇ ਬੌਸ ਨੂੰ ਸਮਝਦਾ ਜਾਂਦਾ, ਤਿਵੇਂ ਤਿਵੇਂ ਉਹਦੀ ਤਰੱਕੀ ਵੱਧਦੀ ਜਾਂਦੀ। ਇਸੇ ਤਰ੍ਹਾਂ ਜਿੰਨੇ ਲੋਕ ਪਵਿੱਤਰ ਬਾਈਬਲ ਨੂੰ ਪੜ੍ਹਦੇ ਆ ਔਰ ਜਦ ਉਹਨੂੰ ਸੁਣਦੇ ਧਿਆਨ ਦੇ, ਜਦੋਂ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਬਣੇਗੀ, ਤੁਸੀਂ ਪਵਿੱਤਰ ਬਾਈਬਲ ਨੂੰ ਸਮਾਂ ਦਿਓਗੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਪਰਮੇਸ਼ਵਰ ਕੀ ਹੈ। ਅੱਜ ਤੁਹਾਨੂੰ ਪਤਾ ਨਹੀਂ। ਅੱਜ ਤੁਸੀਂ ਰਾਜੇ ਦੀ ਸਟੋਰੀ ਸੁਣੀ। ਉਹ ਰਾਜਾ ਜਿਹਨੂੰ ਧਰਤੀ ਦੇ ਸਾਰੇ ਲੋਕਾਂ ਨੇ ਮੱਥਾ ਟੇਕਿਆ, ਪਰ 3 ਬੰਦੇ ਜਿਹੜੇ ਪਰਮੇਸ਼ਵਰ ਦੇ ਆ, ਉਹਨਾਂ ਨਾ ਮੱਥਾ ਟੇਕਿਆ, ਨਾ ਉਹਦੇ ਗੜੀ ਚੁੱਕੇ। ਉਹਨਾਂ ਅੱਗ ਵਿੱਚ ਜਾਣਾ ਕਬੂਲ ਕੀਤਾ, ਪਰ ਉਹਨਾਂ ਮੱਥਾ ਨਹੀਂ ਟੇਕਿਆ। ਇਸ ਕਰਕੇ ਉਹਨਾਂ ਨੇ ਨੇਚਾ ਹੋਲੀ ਸਪਿਰਿਟ ਪ੍ਰਭੂ ਤੇ ਕੀਤੀ ਔਰ ਪਵਿੱਤਰ ਆਤਮਾ ਪ੍ਰਭੂ ਨੇ ਉਹਨਾਂ ਨੂੰ ਬਚਾਇਆ। ਜੇ ਤੁਸੀਂ ਚਾਹੁੰਦੇ ਅੱਜ ਪ੍ਰਭੂ ਤੁਹਾਡੀ ਮਦਦ ਕਰੇ, ਤੇ ਮੈਂ ਕਹਾਂ ਤੁਹਾਡੇ ਜੀਵਨ ਦੇ ਵਿੱਚ ਫਿਰ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਡਰਪੋਕ ਹੋ, ਡਰਾਕਲ ਹੋ। ਬਾਈਬਲ 'ਚ ਪਿਛਲੇ ਦਿਨ ਇੱਕ ਵਚਨ ਪੜਿਆ, ਪ੍ਰਕਾਸ਼ ਦੀ ਪੋਥੀ ਜਦ ਅਸੀਂ ਪੜ੍ਹਦੇ ਹਾਂ, ਪ੍ਰਕਾਸ਼ 21:8 ਨੂੰ ਹਮੇਸ਼ਾ ਯਾਦ ਰੱਖੋ ਕਿ ਡਰਾਕਲ ਤੇ ਬੇਪਰਤੀ ਪ੍ਰਭੂ ਦੀ ਬਾਰਗਾਹ 'ਚ ਦਾਖਲ ਨਹੀਂ ਹੋਣਗੇ। ਅੱਜ ਦਾ ਮੇਰਾ ਮੈਸੇਜ ਸੁਪਰ ਡੁਪਰ ਆ। ਕਿਉਂ? ਕਿਉਂਕਿ ਅੱਜ ਸਦਰਕ ਮਿਸਕ ਕਪਤਨ ਗੋ ਵਾਲਾ ਮਸਾ ਤੁਸੀਂ ਆਪਣੇ ਜੀਵਨ 'ਚ ਮੰਗੋ। ਉਹ ਰਾਜੇ ਦੀਆਂ ਗੱਲਾਂ ਦੀ ਚਿੰਤਾ ਨਹੀਂ, ਉਹ ਸ਼ੈਤਾਨ ਦੀ ਚਿੰਤਾ ਨਾ ਕਰੋ। ਉਹ ਕੁਛ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਪ੍ਰਭੂ ਨੇ ਬਣਾਇਆ। ਹੁਣ ਇਹ ਰਾਜੇ ਨੇ ਖੁਦ ਮੂੰਹ ਕੀ ਬੋਲਿਆ। ਮੈਂ ਇੱਕ ਵਾਰ ਤੋਂ ਫਿਰ ਰਿਪੀਟ ਕਰਾਂਗਾ 26 ਆਇਤ ਨੂੰ। ਬਾਈਬਲ ਦੇ ਵਿੱਚ ਲਿਖਿਆ, ਫਿਰ ਨਬੂਕਦ ਨਸਰ ਅੱਗ ਦੀ ਬਲਦੀ ਹੋਈ ਪੱਟੀ ਦੇ ਬੂਹੇ ਦੇ ਨੇੜੇ ਆਇਆ। ਉਹ ਬੋਲਿਆ, ਹੇ ਸਦਰਕ ਮਿਸਕ ਕਬਦਨਗੋ, ਆਤਮਹਾਨ ਪਰਮੇਸ਼ਰ ਦੇ ਬੰਦਿਓ ਬਾਹਰ ਨਿਕਲੋ। ਵੇਖੋ ਨੇ ਕੀ ਬੋਲਿਆ, ਆਤਮਹਾਨ ਪਰਮੇਸ਼ਰ ਦੇ ਬੰਦਿਓ ਨੂੰ ਬਾਹਰ ਕਿਉਂ ਨਿਕਲੋ। ਪਹਿਲੇ ਕੀ ਬੋਲਦਾ? ਪਹਿਲੇ ਬਿਲਕੁਲ ਧਿਆਨ ਨਹੀਂ ਕਰਦਾ। ਹੁਣ ਕੀ ਬੋਲਦਾ? ਆਤਮਹਾਨ ਪਰਮੇਸ਼ਰ ਦੇ ਬੰਦਿਓ। ਰਾਜੇ ਨੇ ਚਮਤਕਾਰ ਵੇਖਿਆ। ਚਮਤਕਾਰ ਰਾਜੇ ਨੇ ਜਦ ਦੇਖਿਆ ਕਿ ਪਰਮੇਸ਼ਵਰ ਦੇ ਬੰਦੇ ਅੱਗ ਦੇ ਵਿੱਚ ਆ ਔਰ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਸੁੱਟੇ ਵਿੱਚ 3 ਆ, ਚੌਥਾ ਕੌਣ ਆ ਗਿਆ? ਚੌਥਾ ਬਚਾਉਣ ਆ ਗਿਆ ਪਰਮੇਸ਼ਵਰ। ਮੇਰੇ ਜੀ ਸਾਥੀ, ਜਦ ਪ੍ਰਭੂ ਤੁਹਾਡੇ ਨਾਲ ਹੈ, ਤੁਹਾਨੂੰ ਡਰਨ ਦੀ ਲੋੜ ਨਹੀਂ। ਖੁਦਾ ਤੁਹਾਡੀ ਅਗਵਾਈ ਕਰੇਗਾ, ਹਰ ਜਗ੍ਹਾ ਤੇ ਤੁਹਾਨੂੰ ਜਿਤਾਵੇਗਾ। ਤੁਸੀਂ ਜਿੱਤੋਗੇ, ਹਾਰੋਗੇ ਨਹੀਂ। ਤੁਸੀਂ ਜਿਸ ਜਗ੍ਹਾ ਤੇ ਜਾਓਗੇ ਫਤਿਹ ਕਰਕੇ ਆਓਗੇ। ਵੇਖੋ ਮੇਰੇ ਜੀ ਸਾਥੀਓ, ਸੀ ਜਦ ਮੈਂ ਬਾਹਰ ਦੇ ਵਿੱਚ ਜਾਣਾ, ਵਿਜ਼ਿਟ ਕਰਨ ਵੀ ਜਾਣਾ, ਔਰ ਮੇਰਾ ਇੱਕ ਹੀ ਸੂਲ ਆ ਕਿ ਕਿਸੇ ਨਾਲ ਗੱਲ ਨਹੀਂ ਕਰਨੀ। ਮੇਰਾ ਕੰਮ ਸਿਰਫ ਮੈਂ ਪ੍ਰੇਅਰ ਕਰਨੀ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਆਪਣੇ ਨਿਸ਼ਾਨੇ ਕੀ ਔਰ बढ़ते ਜਾਓ। ਆਮੀਨ। ਤੁਸੀਂ ਰਸਤੇ 'ਚ ਕੋਈ ਗੱਲ ਨਹੀਂ, ਚਾਹੇ ਤੁਸੀਂ ਵਲੰਟੀਅਰ, ਤੁਸੀਂ ਕੁਛ ਵੀ ਜੇ ਕਲੀਸਿਆ ਜੇ, ਤੁਸੀਂ ਮੈਨੂੰ ਮਿਲਣ ਆ ਰਹੇ ਜਾਂ ਚਰਚ ਵਿੱਚ ਆ ਰਹੇ, ਤੁਹਾਡਾ ਫਰਜ਼ ਰਸਤੇ 'ਚ ਕੋਈ ਇੱਕ ਦੂਜੇ ਨਾਲ ਗੱਲ ਨਹੀਂ। 91 ਨੰਬਰ ਜ਼ਰੂਰ ਪੜ੍ਹ ਕੇ ਵਿਸ਼ਾ ਰੱਖ ਕੇ ਤੁਰੇ ਹੋ। ਮੈਂ ਕਿਹਾ ਤੁਹਾਨੂੰ ਕੋਈ ਪੁਲਿਸ ਨਹੀਂ ਘੇਰੇਗੀ, ਤੁਹਾਨੂੰ ਕੋਈ ਰੋਕੇਗਾ ਨਹੀਂ, ਕੋਈ ਲੁੱਟ ਖੋਹ ਤੁਹਾਨੂੰ। ਮੈਂ ਕਿਹਾ ਤੁਹਾਡੇ ਅੱਗੇ ਸਾਰੇ ਰਸਤੇ ਫਿਨਿਸ਼ ਹੁੰਦੇ ਜਾਣਗੇ। ਆਮੀਨ। ਇਹ ਭੇਤ ਹੈ ਮੇਰੇ ਜੀ ਸਾਥੀਓ। ਅੱਜ ਸ਼ੈਤਾਨ ਕਿਉਂ ਰੋਕਦਾ ਲੋਕਾਂ ਨੇ ਚਰਚ 'ਚ ਆਉਣ ਲਈ? ਉਹਨੂੰ ਪਤਾ ਉੱਥੇ ਚੱਲ ਕੇ ਉਹਨੇ ਉਹ ਗੱਲਾਂ ਸਿਖਾ ਦੇਣੀਆਂ ਜਿਹੜੀਆਂ ਜਿੱਥੋਂ ਮੇਰੀਆਂ ਧੱਜੀਆਂ ਉੱਡ ਜਾਣੀਆਂ। ਇਹ ਜਿੰਦਾ ਚਰਚ, ਜੀਵਤ ਚਰਚ ਨੂੰ ਕਿਉਂ ਕਿਹਾ ਗਿਆ? ਕਿਉਂਕਿ ਇੱਥੇ ਸੱਚ ਦੀ ਤਾਲੀਮ ਦਿੱਤੀ ਜਾਂਦੀ ਹੈ। ਇਹ ਉਹ ਚਰਚ ਆ ਜਿਹਦੀ ਨੀਂਹ ਪਵਿੱਤਰ ਬਾਈਬਲ ਆ, ਜਿਹਦੀ ਨੀਂਹ ਪਵਿੱਤਰ ਆਤਮਾ ਆਪ ਆ। ਮੇਰੇ ਜੀ ਸਾਥੀਓ, ਬੇਹੱਦ ਪ੍ਰੋਬਲਮਾਂ ਇਸ ਚਰਚ ਦੇ ਉੱਪਰ ਆਈਆਂ, ਆਉਣਗੀਆਂ ਵੀ, ਪਰ ਮੇਰਾ ਪਰਮੇਸ਼ਵਰ ਮੇਰੇ ਨਾਲ, ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਬਾਈਬਲ 'ਚ ਲਿਖਿਆ, ਕੱਲ ਦੀ ਚਿੰਤਾ ਨਾ ਕਰ, ਕੱਲ ਆਪਣੀ ਚਿੰਤਾ ਆਪ ਕਰੇਗਾ। ਆਮੀਨ। ਮੱਤੀ 6:34 ਜਦ ਪੜ੍ਹਦੇ ਬਾਈਬਲ 'ਚ ਲਿਖਿਆ, ਕੱਲ ਦੀ ਚਿੰਤਾ ਨਾ ਕਰ, ਕੱਲ ਆਪਣੀ ਚਿੰਤਾ ਆਪ ਕਰੇਗਾ। ਇਸ ਕਰਕੇ ਮੇਰੇ ਜੀ ਸਾਥੀਓ, ਚਿੰਤਾ ਫਿਕਰਾਂ ਨੂੰ ਛੱਡ ਕੇ ਤੇ ਦੈਨੀਅਲ 3 ਅਧਿਆਇ ਪੜ੍ਹਨਾ ਸ਼ੁਰੂ ਕਰੋ। ਦੇਖੋ ਖੁਦਾ ਦੇ ਕੰਮਾਂ ਨੂੰ, ਦੇਖੋ ਖੁਦਾ ਦੀ ਮਹਿਮਾ ਨੂੰ, ਦੇਖੋ ਪਰਮੇਸ਼ਵਰ ਦੇ ਕੰਮਾਂ ਨੂੰ। ਔਰ ਕੰਮ ਰਹੇ ਨੇ ਦੁਸ਼ਟ ਆਤਮੇ, ਡਰ ਰਿਹਾ ਅਸ਼ੁੱਧ ਆਤਮਾ, ਕੰਨਾਂ ਦੀਆਂ ਆਵਾਜ਼ਾਂ ਜਿਨ੍ਹਾਂ ਦੇ ਪੈਂਦੀਆਂ, ਪ੍ਰਭੂ ਯੀਸ਼ੂ ਦੇ ਨਾਮ ਚੰਗੇ ਹੋ ਜਾਓ, ਫ੍ਰੀ ਹੋ ਜਾਓ। ਟਾਈਫਾਇਡ ਦੇ ਰੋਗੀ ਚੰਗੇ ਹੋ ਜਾਓ। ਮੈਂ ਦੇਖ ਰਿਹਾ ਟਾਈਫਾਇਡ ਦੇ ਰੋਗੀ ਜਿਨ੍ਹਾਂ ਨੂੰ ਬਾਰ-ਬਾਰ ਬੁਖਾਰ ਹੋ ਰਿਹਾ, ਯੀਸ਼ੂ ਮਸੀਹ ਦੇ ਨਾਮ ਤੇ ਫ੍ਰੀ ਹੋ ਜਾਓ। ਮੈਂ ਕਮਾਂਡ ਕਰਦਾ, ਹੁਕਮ ਦੇਣਾ, ਐ ਦੁਸ਼ਟ ਆਤਮਾ, ਐ ਅਸ਼ੁੱਧ ਆਤਮਾ,
ਰਾਈਟ ਨਾਓ। ਗਲੇ ਦੀ ਖਰਾਬੀ ਚੰਗੀ ਹੋ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਗਲੇ ਦੇ ਰੋਗੀ ਡੇਗ ਰਿਹਾ, ਬੀਪੀ ਦੇ ਰੋਗੀ, ਸ਼ੂਗਰ ਦੇ ਰੋਗੀ, ਕੰਨਾਂ ਦੇ ਰੋਗੀ ਹੀਲ ਹੋ ਜਾਓ ਯਿਸੂ ਮਸੀਹ ਦੇ ਨਾਮ ਦੇ ਵਿੱਚ। ਲੜਾਈਆਂ ਪ੍ਰਭੂ ਜੀ ਕਹਿ ਰਹੇ ਕਿ ਮੈਂ ਦੇਖ ਰਿਹਾ, ਜੋ ਦੁਬਾਰਾ ਪ੍ਰਭੂ ਜੀ ਕਹਿ ਰਹੇ ਕਿ ਪ੍ਰੋਫੈਸੀ ਹੋ ਰਹੀ ਆ ਕਿ ਲੜਾਈਆਂ ਹੋਣਗੀਆਂ, ਝਗੜੇ ਹੋਣਗੇ। ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਦੇਖੋਗੇ ਇਹ ਹੋਇਆ। ਔਰ ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਨਹੀਂ, ਬੇਹੱਦ ਦਾਸ ਜਿਹੜੇ ਪ੍ਰੋਫੈਸੀ ਕਰਦੇ ਆ ਕਿ ਜੋ ਬੋਲਦੇ ਹੁੰਦਾ ਵਾ। ਸ਼ਮਾ ਰਾਕੰਦਾ ਨਾ ਮੋਸੇਰੇ ਬੇਸ਼ੀਨਾ ਵਰਮਾ। ਗੰਦਾ ਮਜ਼ਾਕ ਕਰਨ ਵਾਲੇ ਲੋਕ ਪ੍ਰਭੂ ਜੀ ਕਹਿ ਰਹੇ ਕਿ ਇਸ ਵਚਨ ਨੂੰ ਧਿਆਨ ਦੇ ਕੇ ਸੁਣੋ। ਜੇ ਸਦਰਕ ਮੀਸਕ ਦਾ ਮਸਾ ਚਾਹੁੰਦੇ ਜੇ ਆਪਣੇ ਜੀਵਨ 'ਚ ਦਲੇਰੀ ਦਾ, ਤੇ ਫਿਰ ਤੁਹਾਨੂੰ ਸਭ ਤਰ੍ਹਾਂ ਦੀਆਂ ਚੀਜ਼ਾਂ ਨੂੰ ਛੱਡਣਾ ਪੈਣਾ। ਹਰ ਇੱਕ ਤਰ੍ਹਾਂ ਦੇ ਕੰਮ ਆਪਣੇ ਜੀਵਨ 'ਚੋਂ ਤਿਆਗਣੇ ਪੈਣੇ। ਫਿਰ ਹੋਲੀ ਸਪਿਰਿਟ ਤੁਹਾਡੇ ਜੀਵਨ 'ਚ ਆਏਗਾ। ਫਿਰ ਉਹ ਫਾਇਰ ਨੂੰ ਤੁਸੀਂ ਦੇਖੋਗੇ ਆਪਣੇ ਜੀਵਨ 'ਚ। ਮੈਂ ਮੈਂਟਲ ਐਪਸੈਟ ਲੋਕ ਦੇਖ ਰਿਹਾ ਜਿਹੜੇ ਮੈਂਟਲ ਨੇ, ਪ੍ਰਭੂ ਦੇ ਨਾਮ ਤੇ ਚੰਗੇ ਹੋ ਜਾਓ। ਮੈਂਟਲ ਲੋਕ ਚੰਗੇ ਹੋ ਜਾਓ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ। ਮੈਂ ਰੱਖਾਂ ਤੇ ਧਾਗਾ ਵਾਲੇ ਲੋਕਾਂ ਨੂੰ ਦੇਖ ਰਿਹਾ ਜਿਹੜੇ ਪਰਮੇਸ਼ਵਰ ਦੇ ਘਰ ਵਿੱਚ ਬੇਹੱਦ ਬੜੋਤੀ ਪਾ ਰਹੇ ਨੇ। ਰੱਖਾਂ ਅਤੇ ਧਾਗਿਆਂ ਵਾਲੇ, ਪ੍ਰਭੂ ਜੀ ਕਹਿ ਰਹੇ ਕਿ ਬਹੁਤ ਸਾਰੇ ਰੱਖਾਂ ਤੇ ਧਾਗਿਆਂ ਵਾਲੇ ਲੋਕ ਹੈ ਜਿਹੜੇ ਲੋਕ ਅੱਜ ਆਜ਼ਾਦ ਹੋ ਰਹੇ ਨੇ ਕਿ ਸਾਨੂੰ ਇਹਨਾਂ ਚੀਜ਼ਾਂ ਨੇ ਕੁਝ ਨਹੀਂ ਦਿੱਤਾ। ਅੱਜ ਜੋ ਅਸੀਂ ਪ੍ਰਭੂ ਦੇ ਦਾਸ ਦੁਆਰਾ ਵਚਨ ਸੁਣਿਆ ਕਿ ਵਾਕਿਆ ਉਹ ਜਿਉਂਦਾ ਪਰਮੇਸ਼ਰ ਆ, ਉਹ ਜੋ ਬੋਲਦਾ ਉਹ ਕਰਦਾ। ਪ੍ਰਭੂ ਜੀ ਕਹਿ ਰਹੇ ਕਿ ਹੀਲ ਹੋ ਜਾਓ। ਪ੍ਰਭੂ ਜੀ ਕਹਿ ਰਹੇ ਕਿ ਮੈਂ ਐਸੇ ਪਰਿਵਾਰਾਂ ਨੂੰ ਦੇਖ ਰਿਹਾ ਜਿਹੜੇ ਮਨ ਦੇ ਵਿੱਚ, ਜਿਨ੍ਹਾਂ ਦੇ ਮਨ ਵਿੱਚ ਮਰਨ ਦੇ ਖਿਆਲ ਆਉਂਦੇ ਆ। ਸੁਸਾਈਡ ਕਰ ਲਾ, ਅੱਗ ਲਾ ਲਾ ਆਪਣੇ ਆਪ ਨੂੰ, ਬੱਤੀ ਨੂੰ ਫੜ ਲਾ। ਤੇਰਾ ਘਰ ਨਹੀਂ ਬਣ ਰਿਹਾ, ਤੇਰਾ ਪਤੀ ਨਹੀਂ ਬਦਲ ਰਿਹਾ, ਤੇਰਾ ਪਤੀ ਨਹੀਂ ਬਦਲੇਗਾ। ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ। ਆਪਣੀਆਂ ਸਾਰੀਆਂ ਚਿੰਤਾ ਪ੍ਰਭੂ ਦੇ ਹੱਥ ਵਿੱਚ ਦੇ ਕੇ ਆਪਣੇ ਘੁਟਨਿਆਂ ਧੋਗੇ। ਕੋਈ ਵੀ ਮਕਸਦ ਹੈ, ਪ੍ਰਭੂ ਜੀ ਕਹਿ ਰਹੇ ਕਿ ਲਗਾਤਾਰ ਉਸ ਵਾਸਤੇ ਪ੍ਰੇਰ ਸ਼ੁਰੂ ਕਰੋ। ਤੁਸੀਂ ਦੇਖਣ ਜਾ ਰਹੇ ਜੋ ਉਸ ਮਸਲੇ ਨੂੰ ਪੂਰਾ ਹੁੰਦਾ। ਆਮੀਨ। ਪ੍ਰਭੂ ਜੀ ਕਹਿ ਰਹੇ ਕਿ ਮੈਂ ਐਸੇ ਲੋਕਾਂ ਨੂੰ ਬਦਲਦੇ ਦੇਖ ਰਿਹਾ ਜਿਹੜੇ ਲੋਕ ਦੂਸਰਿਆਂ ਦਾ ਮਜ਼ਾਕ ਉਡਾਉਂਦੇ ਸੀ। ਅੱਜ ਉਹਨਾਂ ਦੇ ਜੀਵਨ 'ਚ ਡਰ ਲੱਗ ਰਿਹਾ ਕਿ ਅਸੀਂ ਮਜ਼ਾਕ ਨਹੀਂ ਕਰਾਂਗੇ, ਅਸੀਂ ਗਲਤ ਗੱਲ ਨਹੀਂ ਕਰਾਂਗੇ, ਅਸੀਂ ਕਿਸੇ ਦੇ ਅੱਗੇ ਨਹੀਂ ਬੋਲਾਂਗੇ। ਅਸੀਂ ਆਉਣ ਵਾਲਾ ਸਮਾਂ ਤਾਂ ਹੀ ਪ੍ਰਭੂ ਜੀ ਕਹਿ ਰਹੇ ਕਿ ਦੱਸ ਸਕਦੇ ਹਾਂ ਕਿ ਜੇ ਤੁਸੀਂ ਇਹਨਾਂ ਗੱਲਾਂ ਨੂੰ ਸੁਣੋਗੇ ਤੇ ਮੰਨੋਗੇ। ਮੇਰਾ ਮਨ ਪ੍ਰਭੂ ਜੀ ਕਹਿ ਰਹੇ ਕਿ ਉਹਨਾਂ ਲੋਕਾਂ ਦੇ ਖੁਸ਼ ਆ ਜਿਹੜੇ ਲੋਕ ਪਵਿੱਤਰ ਬਾਈਬਲ ਨੂੰ ਪੜ੍ਹਦੇ ਆ, ਉਹਨੂੰ ਹੀ ਪਿਆਰ ਕਰਦੇ ਆ। ਔਰ ਪ੍ਰਭੂ ਕਹਿ ਰਹੇ ਕਿ ਮਹਾਨ ਯੋਜਨਾ ਬੇਹੱਦ ਪ੍ਰਭੂ ਜੀ ਕਹਿ ਰਹੇ ਕਿ ਤੁਹਾਡੇ ਜੀਵਨਾਂ ਵਿੱਚ ਮੈਂ ਦੇਖ ਰਿਹਾ ਕਿ ਤੁਸੀਂ ਦਿਨ ਪ੍ਰਤੀ ਦਿਨ बढ़ ਰਹੇ ਜੀ। ਤੁਹਾਡੀ ਬਲੈਸਿੰਗ बढ़ ਰਹੀ ਹੈ। ਪ੍ਰਭੂ ਕਹਿ ਰਹੇ ਕਿ ਆਪਣੀਆਂ ਥੈਲੀਆਂ ਦੇ ਵਿੱਚ ਸ਼ੇਕ ਬੰਦ ਕਰੋ। ਜੋ ਪਵਿੱਤਰ ਬਾਈਬਲ ਦਾ ਵਚਨ ਸੁਣ ਕੇ ਆਪਣੇ ਦਾਸਾਂ ਦੇ ਵਾਸਤੇ ਕੁਛ ਨਹੀਂ ਕਰ ਰਹੇ। ਪ੍ਰਭੂ ਜੀ ਕਹਿ ਰਹੇ ਕਿ ਜੋ ਤੁਸੀਂ ਲਗਾਤਾਰ ਵਚਨ ਸੁਣਦੇ ਜੇ, ਇੰਟਰਨੈਟ ਦਾ ਖਰਚਾ ਆਉਂਦਾ ਵਾ। ਔਰ ਮੇਰਾ ਦਾਸ ਪ੍ਰਭੂ ਜੀ ਕਹਿ ਰਹੇ ਕਿ ਕਿਸੇ ਦੇ ਕੋਲੋਂ ਨਹੀਂ ਮੰਗਦਾ, ਨਾ ਕਿਸੇ ਨੂੰ ਬੋਲਦਾ। ਪ੍ਰਭੂ ਜੀ ਕਹਿ ਰਹੇ ਕਿ ਤੁਹਾਡੀ ਚਿੰਤਾ, ਤੁਹਾਨੂੰ ਫਿਕਰ ਆ ਕਿ ਤੁਸੀਂ ਆਪਣੇ ਦਾਸਾਂ ਦੇ ਵਾਸਤੇ ਕਰਨਾ ਵਾ। ਇਹ ਤੁਹਾਡੇ ਘਰਾਂ 'ਚ ਪ੍ਰਭੂ ਕਹਿ ਰਹੇ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਕੰਮ ਕਰਨ ਤੋਂ ਪਹਿਲੇ ਆਪਣੇ ਪਰਮੇਸ਼ਵਰ ਦੇ ਘਰ ਦੇ ਵਿੱਚ ਜਾਓ। ਆਪਣੇ ਦਾਨ, ਆਪਣੇ ਦਸ਼ਵੰਧ ਆਪਣੇ ਹੱਥਾਂ 'ਚ ਪਕੜ ਲਓ। ਔਰ ਪ੍ਰਭੂ ਜੀ ਕਹਿ ਰਹੇ ਕਿ ਮੇਰੇ ਘਰ ਵਿੱਚ ਲੈ ਕੇ ਆਓ। ਮਿਲਾਕੀ 3:10 ਪ੍ਰਭੂ ਜੀ ਕਹਿ ਰਹੇ ਕਿ ਹਮੇਸ਼ਾ ਯਾਦ ਰੱਖੋ। ਲੂਕਾ 6:38 ਹਮੇਸ਼ਾ ਯਾਦ ਰੱਖੋ। ਭਜਨ ਸੰਹਿਤਾ 126 ਹਮੇਸ਼ਾ ਯਾਦ ਰੱਖੋ। ਜਿਹੜੇ ਹੰਝੂਆਂ ਨਾਲ ਬੀਜਦੇ ਜਕਾਰਿਆਂ ਨਾਲ ਵੱਢਦੇ। ਔਰ ਪ੍ਰਭੂ ਜੀ ਕਹਿ ਰਹੇ ਕਿ ਮੈਂ ਦੇਖ ਰਿਹਾ ਐਸੇ ਨਵੇਂ ਲੋਕ ਜੋ ਮੰਡਲੀ ਦੇ ਵਿੱਚ ਵੱਢ ਰਹੇ ਨੇ। ਔਰ ਸਭ ਤੋਂ ਵੱਧ ਪ੍ਰਭੂ ਜੀ ਕਹਿ ਰਹੇ ਕਿ ਉਹ ਮੈਂ ਲੋਕ ਦੇਖ ਰਿਹਾ ਜਿਹੜੇ ਸਿੱਖ ਕੌਮ ਦੇ ਸਭ ਤੋਂ ਵੱਧ ਲੋਕ ਇਹ ਜਿਹੜੇ ਮਿਨਿਸਟਰੀ ਵਿੱਚ ਆ ਰਹੇ ਨੇ ਔਰ ਬੇਹੱਦ ਵਿਸ਼ਵਾਸ ਕਰ ਰਹੇ ਹੋ, ਬੇਹੱਦ ਬਲੈਸਡ ਹੋ ਰਹੇ ਨੇ ਔਰ ਬਲੈਸਡ ਹੋ ਰਹੇ ਨੇ। ਪ੍ਰਭੂ ਜੀ ਕਹਿ ਰਹੇ ਕਿ ਰੋਜ਼ਾਨਾ ਇਸੇ ਤਰ੍ਹਾਂ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਪ੍ਰੋਫੈਸੀ ਨੂੰ ਸੁਣੋਗੇ, ਤੁਸੀਂ ਆਪਣੇ ਜੀਵਨਾਂ 'ਚ ਇਹਨਾਂ ਕੰਮਾਂ ਨੂੰ ਹੁੰਦੇ ਵੇਖੋਗੇ। ਪ੍ਰਭੂ ਜੀ ਕਹਿ ਰਹੇ ਕਿ ਜੀਵਤ ਵਚਨ ਜਿਹੜੇ ਲੋਕ ਸੁਣਦੇ ਉੱਤੇ ਵਿਸ਼ਵਾਸ ਕਰਦੇ ਆ, ਮੇਰਾ ਆਤਮਾ ਸਿਰਫ ਉਹਨਾਂ ਦੇ ਨਾਲ ਹੀ ਗੱਲ ਕਰਦਾ, ਮੇਰਾ ਆਤਮਾ ਸਿਰਫ ਉਹਨਾਂ ਦੀ ਹੀ ਅਗਵਾਈ ਕਰਦਾ ਜਿਹੜੇ ਲੋਕ ਉਹਦੇ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਦੇ। ਆਮੀਨ। ਪ੍ਰਭੂ ਜੀ ਕਹਿ ਰਹੇ ਕਿ ਮਾਫੀ ਮੰਗਦੇ ਜਾਓ।
ਮਾਫੀ ਮੰਗ ਲਾ ਤੇ ਜਪ ਯਿਸੂ ਦਾ ਨਾਮ, ਐਸਾ ਵੇਲਾ ਫੇਰ ਨਹੀਂ ਮਿਲੇਗਾ। ਪ੍ਰਭੂ ਨੇ ਕਿਹਾ ਜਿੰਨੇ ਲੋਕ ਦੇਖ ਰਹੇ ਨੇ, ਜਿਨ੍ਹਾਂ ਨੇ ਗਲਤ ਕੰਮਾਂ ਤੋਂ ਤੋਬਾ ਨਹੀਂ ਕੀਤੀ, ਗਲਤ ਕੰਮ ਨਹੀਂ ਛੱਡੇ, ਅੱਜ ਉਹਨਾਂ ਦੇ ਵਾਸਤੇ ਇਹੀ ਆਵਾਜ਼ ਆ ਕਿ ਆਪਣੀਆਂ ਗਲਤੀਆਂ ਨੂੰ ਛੱਡੋ, ਮੋਬਾਈਲਾਂ ਨੂੰ ਬੰਦ ਕਰੋ, ਗਲਤ ਕੰਮਾਂ ਨੂੰ ਛੱਡੋ। ਪ੍ਰਭੂ ਜੀ ਕਹਿੰਦੇ ਕਿ ਆਉਣ ਵਾਲਾ ਸਮਾਂ ਤੁਸੀਂ ਦੇਖੋਗੇ ਕਿ ਬੇਹੱਦ ਬਿਮਾਰੀ ਵੱਧ ਰਹੀ ਆ, ਬੇਹੱਦ ਲੜਾਈ ਝਗੜਾ ਵੱਧ ਰਿਹਾ, ਬੇਹੱਦ ਨੁਕਸਾਨ ਹੋ ਰਹੇ ਨੇ, ਬੇਹੱਦ ਬਦਨਾਮੀ ਹੋ ਰਹੀ ਆ। ਬਦਨਾਮੀ ਦੇ ਕੇਸ ਪ੍ਰਭੂ ਜੀ ਕਹਿ ਰਹੇ ਕਿ ਮੈਂ ਦੇਖ ਰਿਹਾ ਬੇਹੱਦ ਹੋਣਗੇ। ਨੌਜਵਾਨ ਆਪਣੀ ਮਰਜ਼ੀ ਦੇ ਨਾਲ ਮੈਰਿਜ ਕਰਾਉਣਗੇ, ਆਪਣੇ ਘਰਾਂ ਦੇ ਵਿੱਚੋਂ ਚੀਜ਼ਾਂ ਚੋਰੀ ਕਰਨਗੇ। ਔਰ ਪ੍ਰਭੂ ਜੀ ਕਹਿ ਰਹੇ ਕਿ ਜਿਹੜੇ ਲੋਕ ਇਸ ਵਚਨ ਨੂੰ ਸੁਣਦੇ ਆ ਉਹ ਤੁਹਾਡੇ ਬੱਚੇ ਵੀ ਹੋ ਸਕਦੇ ਆ। ਆਪਣੇ ਆਂਢੀਆਂ ਗਵਾਂਢੀਆਂ ਨੂੰ ਪ੍ਰਭੂ ਦੇ ਹੱਥ 'ਚ ਦਿਓ ਕਿ ਪ੍ਰਭੂ ਜੋ ਇਹ ਨੁਕਸਾਨ ਹੋਣ ਜਾ ਰਹੇ ਹੁਣ ਤੋਂ ਬਚਾ। ਪ੍ਰਭੂ ਇਹ ਤੁਹਾਡਾ ਦਾਸ ਨਹੀਂ ਕਹਿ ਰਿਹਾ, ਤੁਹਾਡਾ ਆਤਮਾ ਤੁਹਾਡੇ ਦਾਸ ਨੂੰ ਦੱਸ ਰਿਹਾ। ਔਰ ਇਹ ਪਵਿੱਤਰ ਆਤਮਾ ਦੀ ਗਵਾਹੀ ਜਿਹੜੇ ਲੋਕ ਸੁਣਦੇ ਨੇ, ਹੱਥਾਂ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਮੇਰਾ ਵਚਨ ਪਕੜ ਕੇ ਝੂਠ ਬੋਲਦੇ ਜੇ, ਝੂਠੀਆਂ ਸੌਹਾਂ ਖਾਂਦੇ ਜੇ। ਪਵਿੱਤਰ ਆਤਮਾ ਕਹਿ ਰਿਹਾ ਕਿ ਇਹ ਕੰਮ ਨਹੀਂ ਕਰਨੇ। ਤਿਆਰ ਹੋ ਜਾਓ। ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਦੇਖਣ ਵਾਸਤੇ ਕਿ ਜਿਨ੍ਹਾਂ ਲੋਕਾਂ ਨੇ ਇਹ ਵਚਨਾਂ ਨੂੰ ਫੜ ਕੇ ਸੌਹਾਂ ਖਾਧੀਆਂ, ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਮੈਂ ਬਰਬਾਦੀ ਨੂੰ ਦੇਖ ਰਿਹਾ, ਉਹਨਾਂ ਦੇ ਜੀਵਨ 'ਚ ਬਰਬਾਦੀ ਹੋ ਰਹੀ ਹੈ। ਇਹ ਬਰਬਾਦੀ ਦੀ ਆਵਾਜ਼ ਪ੍ਰਭੂ ਜੀ ਕਹਿ ਰਹੇ ਕਿ ਉਹਨਾਂ ਲੋਕਾਂ ਨੇ, ਜਿਹੜੇ ਲੋਕ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢਦੇ ਆ ਤੇ ਮਨ ਮਤੀਏ ਨੇ, ਮਨ ਦੀ ਗੱਲ ਮੰਨਦੇ ਨੇ। ਔਰ ਪ੍ਰਭੂ ਜੀ ਕਹਿ ਰਹੇ ਮੈਂ ਛੋਟਾ ਜਿਹਾ ਬੱਚਾ ਕਿਸੇ ਦੇ ਹੱਥ ਵਿੱਚ ਦੇਖ ਰਿਹਾ, ਕੋਈ ਭੈਣ ਬੱਚੇ ਦੇ ਨਾਲ ਬਲੈਸ ਹੋ ਰਹੀ ਆ। ਔਰ ਇਹ ਸਟੋਰੀ ਪ੍ਰਭੂ ਜੀ ਕਹਿ ਰਹੇ ਕਿ ਚੇਂਜ ਹੋ ਰਹੀ ਹੈ। ਜਿਹੜੇ ਲੋਕ ਸੁਣਦੇ ਨੇ ਉਹਨਾਂ ਲੋਕਾਂ ਨੂੰ ਪ੍ਰਭੂ ਜੀ ਕਹਿ ਰਹੇ ਕਿ ਮੈਂ ਦੇਖਾਂਗਾ, ਜਿਹੜੇ ਲੋਕ ਮੇਰੇ ਦਾਸ ਦਾ ਮਜ਼ਾਕ ਉਡਾਉਂਦੇ ਸੀ, ਅੱਜ ਉਹਨਾਂ ਦੀ ਜ਼ਿੰਦਗੀ ਮਜ਼ਾਕ ਬਣ ਕੇ ਰਹਿ ਗਈ ਆ। ਆਮੀਨ। ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਕਿਸੇ ਦੇ ਨਾਲ ਨਾਰਾਜ਼ ਨਹੀਂ ਆ, ਉਹਨਾਂ ਨੂੰ ਵੀ ਪਿਆਰ ਕਰਦਾ ਜਿਹੜੇ ਲੋਕ ਉਹਦੇ ਖਿਲਾਫ ਨੇ। ਔਰ ਪ੍ਰਭੂ ਜੀ ਕਹਿ ਰਹੇ ਕਿ ਇਹ ਮੇਰਾ ਵਚਨ ਆ ਕਿ ਜਿਹੜਾ ਸਭ ਨੂੰ ਮਾਫ ਕਰਦਾ ਔਰ ਸਭ ਨੂੰ ਦਇਆ ਸਿਖਾਉਂਦਾ ਕਿ ਤੁਸੀਂ ਦਇਆ ਕਰੋ, ਤੁਹਾਡੇ ਉੱਤੇ ਦਇਆ ਕੀਤੀ ਜਾਏਗੀ। ਆਮੀਨ। शिफा धन्यवाद करते यीशु के नाम में। आमीन आमीन आमीन। मेरे जी साथी जो प्रोफेसी ਨੂੰ ਤੁਸੀਂ ਸੁਣਿਆ ਇਹਨਾਂ ਗੱਲਾਂ ਤੇ ਤੁਸੀਂ ਧਿਆਨ ਦੇਣਾ। ਤੁਸੀਂ ਇਹ ਕੰਮ ਦੇਖੋਗੇ ਜਦ ਤੁਸੀਂ ਆਪਣੇ ਜੀਵਨ 'ਚ ਪੂਰੇ ਹੁੰਦੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁੱਕੇ ਨਹੀਂ। ਅੱਜ ਜਿੰਨੀਆਂ ਪ੍ਰੋਫੈਸੀਆਂ ਨੇ ਕੋਈ ਤੁੱਕਾ ਨਹੀਂ ਹੈ। ਕਿਉਂਕਿ ਜੋ ਅੱਜ ਵੇਖੋ ਮੇਰੇ ਮਹੱਲੇ ਵਿੱਚ ਇੱਕ ਨੌਜਵਾਨ ਮੌਤ ਹੋਈ ਆ। मेरे जी साथी लोग नहीं जानते कि सच की है, क्योंकि ऐसे भयंकर समय और माड़े समय देख रहे हैं। तो पता नहीं क्योंकि आने वाला समा प्रभु वेखो सानू पवित्र बाइबल द्वारा दसदा कि किस तरह के लोग होणगे, की होएगा। क्योंकि जे तुसीं अज बचना चाहुंदे जे ते अपने प्रभु नूं ग्रहण करो, उहदी हजूरी विच जाओ, फास्टिंग करो, बाइबल पढ़ो, ज़्यादा समा प्रभु नूं दो। बहुत सारे लोग जिहड़े टीवी नूं समा दिंदे, मजाक नूं समा दिंदे, गलत कामां नूं समा दे रहे। प्रभु जी कह रहे कि वो चीज़ां वा जिहड़ियां तुहानूं नाश दी ओर लैके जा रहीआं, तुहाडी बर्बादी दे रस्ते प्रभु जी कह रहे कि खुल रहे आ, पर आशीष दे रस्ते बंद हो रहे हैं। किसी नूं भी प्रभु जी कह रहे कि तुसीं आम नहीं समझना, ना तुसीं आम कह सकदे जी, कोई आम नहीं, सब परमेश्वर दे बंदे हैं। आमीन। अगली साइड ते जद मैं परमेश्वर दा वचन पढ़न जा रहा, ਹੁਣ ਇਹਦੀ ਮੈਂ 27 ਆਇਤ ਜਦ ਪੜਾਂਗਾ। 27 ਆਇਤ ਵਿੱਚ ਕੀ ਲਿਖਿਆ? ਅਤੇ ਸ਼ਹਿਜ਼ਾਦੇ ਦੀਵਾਨੇ ਸਰਦਾਰ ਤੇ ਸਲਾਹਕਾਰ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਹਨਾਂ ਦੇ ਸਰੀਰ ਉੱਤੇ ਕੁਝ ਵਸ ਨਾ ਸੀ ਚੱਲਿਆ, ਨਾ ਹੀ ਉਹਨਾਂ ਦੇ ਸਿਰ ਦੇ ਵਾਲ ਝੁਲਸੇ, ਨਾ ਹੀ ਉਹਨਾਂ ਦੇ ਝੱਗਿਆਂ ਨੂੰ ਵਿੱਚ ਕੁਝ ਫਰਕ ਆਇਆ ਪਿਆ, ਅਤੇ ਨਾ ਹੀ ਉਹਨਾਂ ਤੋਂ ਅੱਗ ਤੇ ਜਲਨ ਦੀ
ਬਾਸ਼ਨਾ ਆਉਂਦੀ ਸੀ। ਇੱਥੇ ਤਿੰਨ ਚੀਜ਼ਾਂ ਦੱਸਿਆ ਕਿ ਜਿਹੜੇ ਰਾਜੇ ਦੇ ਸਰਦਾਰ ਦੀਵਾਨ ਸ਼ਹਿਜ਼ਾਦੇ ਉਹਨਾਂ ਸਾਰਿਆਂ ਨੇ ਜਦੋਂ ਉਹਨਾਂ ਨੂੰ ਦੱਸਿਆ ਕਿ ਬਾਹਰ ਉਹ ਆਏ ਨੇ, ਕੀ ਦੇਖਿਆ ਕਿ ਨਾ ਦੇ ਸਿਰ ਦੇ ਵਾਲ ਉਹਨਾਂ ਦੇ ਕੁਝ ਹੋਇਆ ਤੇ ਨਾ ਹੀ ਉਹਨਾਂ ਦੇ ਕੱਪੜਿਆਂ ਨੂੰ ਕੁਝ ਹੋਇਆ ਤੇ ਨਾ ਹੀ ਉਹਨਾਂ ਦੇ ਸਰੀਰ ਦੇ ਉੱਪਰ ਅੱਗ ਦੇ, ਨਾ ਹੀ ਉਹਨਾਂ ਦੇ ਦੱਸਿਆ ਕਿ ਕੋਈ ਸਮੈਲ ਆਈ ਵਿੱਚੋਂ। ਵੇਖੋ ਇਹ ਕੀ, ਕਿਉਂਕਿ ਜਦ ਡਿੱਗੇ ਨੇ, ਡਿੱਗਣ ਤੋਂ ਪਹਿਲੇ ਹੀ ਪਰਮੇਸ਼ਵਰ ਨੇ ਉਹਨਾਂ ਨੂੰ ਕੈਚ ਕਰ ਲਿਆ। ਮੇਰੇ ਜੀ ਸਾਥੀਓ, ਕਿੱਡਾ ਜ਼ਬਰਦਸਤ ਅੱਜ ਦਾ ਵਚਨ ਦੀ ਸੁਣਿਆ, ਐਡਾ ਬੈਸਟ ਵਚਨ ਆ ਜਿਹੜਾ ਸਾਨੂੰ ਸਟਰੋਂਗ ਕਰਦਾ ਕਿ ਕੋਈ ਜਿੰਨਾ ਮਰਜ਼ੀ ਸਾਡੇ ਨਾਲ ਗਲਤ ਕਰੇ, ਪਰ ਸਦਰਕ ਮਿਸਕ ਅਬਦਨਗੋ ਨੂੰ ਜਦ ਤੁਹਾਡਾ ਵਿਸ਼ਵਾਸ ਹੋਏਗਾ, ਸਦਰਕ ਮਿਸਕ ਅਬਦਨਗੋ ਜਦ ਵਿਸ਼ਵਾਸ ਦੇ ਨਾਲ ਜਦ ਉਹਨਾਂ ਨੂੰ ਪੱਟੀ ਵਿੱਚ ਸੁੱਟਿਆ ਪਰ ਉਹਨਾਂ ਵਿਸ਼ਵਾਸ ਕੀਤਾ। ਅੱਜ ਮੇਰੇ ਜੀ ਸਾਥੀ ਸਟੋਰੀ ਤੁਹਾਡੀ ਲਾਈਫ ਨੂੰ ਚੇਂਜ ਕਰੇਗੀ ਕਿ ਉਹ ਸੱਚਾ ਔਰ ਜਿਉਂਦਾ ਪਰਮੇਸ਼ਰ ਹੈ। ਉਹ ਚਮਤਕਾਰ ਕੀਤਾ, ਮਿਰਾਕਲਸ ਕੀਤਾ। ਵੇਖੋ ਦਾ ਮਿਰਾਕਲਸ ਤੁਸੀਂ ਦੇਖਿਆ ਕਿ ਪਵਿੱਤਰ ਆਤਮਾ ਨੇ ਹਜ਼ੂਰੀ ਨੂੰ ਉਹਨਾਂ ਮਹਿਸੂਸ ਕੀਤਾ। ਔਰ ਬਾਈਬਲ 'ਚ ਲਿਖਿਆ ਪੱਟੀ 7 ਗੁਣਾ ਰਾਜੇ ਨੇ ਜਦ ਤੇਜ਼ ਕੀਤੀ ਆ, ਔਰ ਪੱਟੀ ਤੇਜ਼ ਕਰਨ ਦੇ ਨਾਲ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਮੇਰੇ ਜੀ ਸਾਥੀਓ, ਪਰਮੇਸ਼ਰ ਮਹਾਨ ਹੈ। ਉਸ ਜ਼ਿੰਦੇ ਪਰਮੇਸ਼ਰ ਦੀ ਉਪਾਸਨਾ ਕਰੋ। ਇਹ ਝੂਠਿਆਂ ਨੂੰ ਤੁਸੀਂ ਮੰਨੀ ਜਾਓਗੇ, ਇਹਨੇ ਕੱਖ ਨਹੀਂ ਦੇਣਾ, ਕਿਉਂਕਿ ਇਹਨੇ ਖੁਦ ਨਰਕਾਂ 'ਚ ਜਾਣਾ। ਤੁਸੀਂ ਪ੍ਰਕਾਸ਼ ਦੀ ਪੋਥੀ 20 ਬਾਬ ਦੀ 10 ਹੱਥ ਪੜਿਓ, ਉੱਥੇ ਲਿਖਿਆ ਸ਼ੈਤਾਨ ਜਿਹੜਾ ਲੋਕਾਂ ਨੂੰ ਭੁਲੇਖਿਆਂ 'ਚ ਪਾਉਂਦਾ ਸੀ, ਭਰਮਾਉਂਦਾ ਸੀ, ਉਹ ਝੂਠਾ ਨਬੀ, ਉਹ ਦਰਿੰਦਾ ਅੱਗ ਤੇ ਝੀਲ ਵਿੱਚ ਸੁੱਟਿਆ ਗਿਆ। ਦੱਸਿਆ ਕਿ ਉਹ ਦਿਨ ਰਾਤ ਉੱਤੇ ਜੁਗੋ ਜੁਗ ਕਸ਼ਟ ਭੋਗਣਗੇ। ਅੱਜ ਕਿੰਨੇ ਲੋਕ ਇਹਨਾਂ ਦੇ ਅੱਗੇ ਮੱਥਾ ਟੇਕਦੇ। ਮੈਂ ਕਿਹਾ ਜੇ ਉਹ ਗਿਆ ਵਾ ਅੱਗ 'ਚ ਤੇ ਉਹ ਵੀ ਅੱਗ 'ਚ ਜਾਣਗੇ। ਤੁਹਾਡਾ ਖਿਆਲ ਹੈ ਕਿ ਉਹਨੂੰ ਮੰਨ ਕੇ ਸਵਰਗ ਵਿੱਚ ਜਾਣਗੇ? ਨਹੀਂ, ਕਦੀ ਨਹੀਂ ਜਾਣਗੇ। ਇਸ ਕਰਕੇ ਸਵਰਗ ਵਿੱਚ ਉਹੀ ਲੋਕ ਜਾਣਗੇ ਜਿਹੜੇ ਅੱਜ ਵੇਖੋ ਕਸ਼ਟ ਵੇਖ ਰਹੇ ਆ, ਅੱਜ ਬਿਮਾਰੀ ਦੇਖ ਰਹੇ, ਅੱਜ ਪ੍ਰੋਬਲਮ ਨੂੰ ਦੇਖ ਰਹੇ, ਅੱਜ ਉਹਨਾਂ ਦੇ ਜੀਵਨ 'ਚ ਪ੍ਰੋਬਲਮ ਆ, ਪਰ ਉਹ ਪਰਮੇਸ਼ਰ ਦਾ ਮਹਿਮਾ, ਪ੍ਰਭੂ ਦਾ ਧੰਨਵਾਦ ਕਰਨਾ ਨਹੀਂ ਛੱਡਦੇ। ਅੱਜ ਮੈਂ ਕਿਹਾ ਸਦਰਕ ਮਿਸਕ ਅਬਦਨਗੋ, ਤੁਸੀਂ ਕਿਸੇ ਵੀ ਆਫਤ ਨੂੰ ਉਹਦਾ ਦੇਖਦੇ ਜੇ, ਇਸ ਵਚਨ ਨੂੰ ਪਕੜ ਕੇ ਪ੍ਰੇਰ ਕਰੋ ਕਿ ਪਿਤਾ ਤੂੰ ਸਦਰਕ ਮਿਸਕ ਅਬਦਨਗੋ ਦਾ ਪਿਤਾ ਵਾ। ਜਿਸ ਤਰ੍ਹਾਂ ਉਹਨਾਂ ਨੂੰ ਅੱਗ 'ਚੋਂ ਬਚਾਇਆ, ਮੇਰੇ ਪਿਤਾ ਮੈਨੂੰ ਵੀ ਬਚਾ। ਬਹੁਤ ਸਾਰੀਆਂ ਸਟੋਰੀਆਂ ਬਾਈਬਲ ਦੀਆਂ ਭਿਅੰਕਰ। ਡੈਨੀਅਲ ਨੂੰ ਸ਼ੇਰਾਂ ਦੇ ਘੋਰਨੇ ਵਿੱਚ ਸੁੱਟਿਆ ਗਿਆ ਔਰ ਪਰਮੇਸ਼ਰ ਨੇ ਉਹਨੂੰ ਬਚਾਇਆ। ਮੇਰੇ ਜੀ ਸਾਥੀਓ, ਪੋਟੀਫਰ ਦੀ ਘਰ ਦੀ ਦੇ ਕੋਲੋਂ ਯੂਸਫ ਨੂੰ ਬਚਾਇਆ। ਯੂਸਫ ਦੇ ਭਰਾਵਾਂ ਨੇ ਉਹਨੂੰ ਕੱਡੇ ਵਿੱਚ ਸੁੱਟਤਾ, ਖੁਦਾ ਨੇ ਬਚਾਇਆ। ਔਰ ਮੇਰੇ ਜੀ ਸਾਥੀ, ਜੇ ਤੁਸੀਂ ਪਰਮੇਸ਼ਰ ਦੇ ਚੁਣੇ ਹੋਏ ਬੱਚੇ ਜੇ, ਮੈਂ ਕਿਹਾ ਤੁਹਾਡਾ ਕੋਈ ਨੁਕਸਾਨ ਨਹੀਂ ਹੋ ਸਕਦਾ। ਭਾਵੇਂ ਜਿੰਨਾ ਮਰਜ਼ੀ ਜਾਦੂ ਟੋਣਾ ਰਾਤ ਦਿਨ ਤੁਹਾਡੇ ਤੇ ਚੱਲਦਾ, ਪਰ ਖੁਦਾ ਦਾ ਤੁਸੀਂ ਪ੍ਰਾਰਥਨਾ ਕਰਦੇ, ਇੱਕ ਇੱਕ ਬਿਮਾਰੀ ਨਾਸ਼ ਹੋ ਰਹੀ ਹੈ। ਉਹ ਕਰਨ ਵਾਲਿਆਂ ਦੇ ਉੱਪਰ ਪ੍ਰੋਬਲਮ ਆਏਗੀ, ਪਰ ਤੁਹਾਡੇ ਤੇ ਕੋਈ ਪ੍ਰੋਬਲਮ ਨਹੀਂ ਆਏਗੀ। ਮੈਂ ਐਸੇ ਲੋਕ ਦੇਖ ਰਿਹਾ ਜਿਹੜੇ ਜਾਦੂ ਟੋਣੇ ਤੋਂ ਡਰਦੇ ਆ ਕਿ ਸਾਡੇ ਘਰ ਵਿੱਚ ਕੋਈ ਚੀਜ਼ ਨਹੀਂ ਭੇਜੀ ਗਈ। ਮੈਂ ਕਿਹਾ ਤੁਹਾਡੇ ਘਰ 'ਚ ਕੋਈ ਚੀਜ਼ ਨਹੀਂ ਹੈਗੀ। ਜਦ ਤੁਸੀਂ 91 ਨੰਬਰ ਜ਼ਬੂਰ ਲਗਾਤਾਰ ਪੜ੍ਹ ਰਹੇ, ਭਜਨ ਸਾਹਿਤਾ 121 ਪੜ੍ਹ ਰਹੇ, ਭਜਨ ਸਾਹਿਤਾ ਇਹ ਸਾਰੇ ਵਚਨਾਂ ਨੂੰ ਪੜ੍ਹ ਰਹੇ ਜੀ, ਤੇ ਤੁਹਾਨੂੰ ਪਹਿਲੇ ਨੰਬਰ ਤੇ ਮਨ 'ਚੋਂ ਵਹਿਮ ਕੱਢਣ ਦੀ ਲੋੜ ਹੈ। ਮੈਂ ਕਿਹਾ ਜੇ ਸਦਰਕ ਮਿਸਕ ਅਬਦਨਗੋ ਵਹਿਮ ਕਰਦਾ ਤੇ ਕਦੀ ਵੀ ਬਚ ਨਹੀਂ ਸੀ ਸਕਦਾ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਬੇਪਰਤੀਤਿਆਂ ਦਾ ਪ੍ਰਭੂ ਨਹੀਂ ਹੈ। ਅੱਜ ਮੈਂ ਦੁਬਾਰਾ ਰਿਪੀਟ ਕਰਾਂਗਾ, ਜਦ ਪ੍ਰਕਾਸ਼ਿਤ ਵਾਕਿਆ, ਜਦੋਂ ਮੈਂ ਪ੍ਰਕਾਸ਼ਿਤ ਵਾਕਿਆ ਪੜਾਂਗਾ ਉਹਦੇ ਮੈਂ 21 ਦੀ 8 ਫਿਰ ਰਿਪੀਟ ਕਰਾਂਗਾ। ਤੋਂ ਪਰਲੇ ਦੂਸਰੇ ਜਦੋਂ ਮੈਂ ਇੱਕ ਦਿਨ ਵੀਡੀਓ ਪਾ ਰਿਹਾ ਸੀ, ਉਸ ਦਿਨ ਮੈਕ ਦੀ ਇੱਕੋ ਇੰਨੀ ਜ਼ਿਆਦਾ ਸੀ, ਮੈਨੂੰ ਖੁਦ ਨਹੀਂ ਸਮਝ ਲੱਗੀ ਮੈਂ ਕੀ ਬੋਲ ਗਿਆ। ਔਰ ਬੋਲਿਆ ਵਚਨ ਬਹੁਤ ਜ਼ਬਰਦਸਤ ਸੀ, ਪਰ ਉਹ ਇੱਕੋ ਦੇ ਕਾਰਨ ਥੋੜੀ ਪ੍ਰੋਬਲਮ ਸੀ। ਇਸ ਜਗ੍ਹਾ ਤੇ ਬਿਲਕੁਲ ਆਵਾਜ਼ ਮੇਰੀ ਕਲੀਅਰ ਹੈ ਔਰ ਸਾਊਂਡ ਕਲੀਅਰ ਹੈ, ਬਿਲਕੁਲ ਕਲੀਅਰ ਹੈ। ਕੋਈ ਜਗ੍ਹਾ ਤੇ ਇੱਕਦਮ ਸ਼ਾਂਤੀ ਆ, ਮੈਂ ਆਰਾਮ ਦੇ ਨਾਲ ਬੈਠ ਕੇ ਇਹ ਵੀਡੀਓ ਅਪਲੋਡ ਕਰ ਸਕਦਾ। ਆਮੀਨ। ਹੁਣ ਮੇਰੇ ਜੀ ਸਾਥੀਓ, ਜਗ੍ਹਾ ਤੇ ਲਿਖਿਆ ਕਿ ਨਾ ਉਹਨਾਂ ਦੇ ਕੱਪੜਿਆਂ ਨੂੰ ਕੋਈ ਪ੍ਰੋਬਲਮ ਆਈ, ਨਾ ਹੀ ਉਹਨਾਂ ਦੇ ਵਿੱਚੋਂ ਕੋਈ ਬਾਸ਼ਨਾ ਆਈ, ਕਿਉਂਕਿ ਅੱਗ ਦੇ ਵਿੱਚ ਸੀ, ਨਾ ਹੀ ਉਹਨਾਂ ਦੇ ਵਾਲ ਸਿਰ ਦੇ ਕੋਈ ਝੁਲਸੇ, ਕੁਛ ਨਹੀਂ ਆ। ਹੁਣ ਅਗਲੀ ਸਾਈਡ ਤੇ ਲਿਖਿਆ, ਨਬੂਕਦਨੇਸਰ ਨੇ ਪੁਕਾਰ ਕੇ ਆਖਿਆ, ਸਦਰਕ ਮਿਸਕ ਅਬਦਨਗੋ ਦਾ ਪਰਮੇਸ਼ਵਰ ਮੁਬਾਰਕ ਹੋਵੇ, ਜਿਸ ਆਪਣੇ ਦੂਤਾਂ ਨੂੰ ਘੱਲਿਆ ਅਤੇ ਆਪਣੇ ਬੰਦੇ ਨੂੰ ਛੁਡਾ ਲਿਆ, ਜਿਨ੍ਹਾਂ ਨੇ ਮੂੰਹ ਦੇ ਉੱਤੇ ਨੇਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰ ਉੱਤੇ ਨਜ਼ਰ ਕੀਤੀ ਕਿ ਉਹ ਆਪਣੇ ਪਰਮੇਸ਼ਰ ਬਿਨਾਂ ਹੋਰ ਕਿਸੇ ਵੀ ਦੇਵਤੇ ਦੀ ਸੇਵਾ ਅਤੇ ਬੰਦਗੀ ਨਾ ਕਰਨਗੇ। ਆਮੀਨ। ਹੁਣ ਵੇਖੋ, ਇਸੇ ਜਗ੍ਹਾ ਤੇ ਖੁਦ ਰਾਜਾ ਆਪਣੇ ਮੂੰਹ ਤੋਂ ਕੀ ਕਹਿ ਰਿਹਾ, ਖੁਦ ਰਾਜਾ ਆਪਣੇ ਮੂੰਹ ਤੋਂ ਤਾਰੀਫ ਕਰ ਰਿਹਾ, ਜਿੱਥੇ ਕਿ ਰਾਜਾ ਕੀ ਚਾਹੁੰਦਾ ਸੀ ਕਿ ਇਹ ਮੇਰੀ ਮੂਰਤੀ ਨੂੰ ਮੱਥਾ ਟੇਕਣ ਔਰ ਇਹ ਮੇਰੀ ਸੇਵਾ ਕਰਨ ਔਰ ਮੇਰੇ ਹੁਕਮ ਨੂੰ। ਹੁਣ ਇਸ ਜਗ੍ਹਾ ਤੇ ਕੀ ਆ, ਮੁਬਾਰਕ ਕਿਆ ਪਰਮੇਸ਼ਵਰ। ਮੇਰੇ ਜੀ ਸਾਥੀਓ, ਇਸ ਰਿਆਇਤ ਨੂੰ ਟਿਕ ਕਰੋ ਔਰ ਲਗਾਤਾਰ ਇਹ ਪ੍ਰੇਰ ਸ਼ੁਰੂ ਕਰੋ। ਡੈਨੀਅਲ 3 ਇਹਦੀ 28 ਆਇਤ ਮੈਂ ਫੇਰ ਰਿਪੀਟ ਕਰਾਂਗਾ। ਤੇ ਲੇਕਿਨ ਨਬੂਕਦਨੇਸਰ ਨੇ ਪੁਕਾਰ ਕੇ ਆਖਿਆ, ਸਦਰਕ ਮਿਸਕ ਅਬਦਨਗੋ ਦੇ ਪਰਮੇਸ਼ਰ ਮੁਬਾਰਕ ਹੋਵੇ, ਜਿਸ ਆਪਣੇ ਦੂਤਾਂ ਨੂੰ ਘੱਲਿਆ ਤੇ ਆਪਣੇ ਬੰਦਿਆਂ ਨੂੰ ਛੁਡਾ ਲਿਆ, ਜਿਨ੍ਹਾਂ ਨੇ
ਉੱਤੇ ਨੇਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ। ਦੱਸਿਆ ਕਿ ਰਾਜਾ ਖੁਦ ਮੂੰਹ ਕਹਿ ਰਿਹਾ ਕਿ ਜਿਸ ਨੇ ਉਹਨਾਂ ਤੇ ਵਿਸ਼ਵਾਸ ਕੀਤਾ, ਨੇਚਾ ਕੀਤੀ ਤੇ ਰਾਜੇ ਦੇ ਹੁਕਮ ਨੂੰ ਟਾਲਿਆ। ਅੱਜ ਮੇਰੇ ਜੀ ਸਾਥੀ, ਤੁਸੀਂ ਟਾਲੋਗੇ? ਕੋਈ ਮੰਨ ਲਓ ਤੁਹਾਡੇ ਤੇ ਮੁਸੀਬਤ ਆਉਂਦੀ ਹੈ, ਤੁਸੀਂ ਇਸ ਵਚਨ ਨੂੰ ਪਕੜ ਕੇ ਪਹਿਲੇ ਵਿਸ਼ਵਾਸ ਕਰੋ। ਰਾਜਾ ਤੁਹਾਨੂੰ ਕੁਝ ਵੀ ਕਹਿੰਦਾ, ਸਰਪੰਚ ਤੁਹਾਨੂੰ ਉਡਾ ਦਿੰਦਾ, ਅਦਾਲਤ ਵਿੱਚ ਕੇਸ ਪੈ ਗਿਆ, ਪਰ ਜੇ ਤੁਸੀਂ ਇਸ ਵਚਨ ਨੂੰ ਲੈ ਕੇ ਕਰੋਗੇ ਪ੍ਰੇਰ, ਤੇ ਪਰਮੇਸ਼ਰ ਉਹ ਰਸਤਾ ਕੱਢੇਗਾ। ਤੁਸੀਂ ਦੇਖੋਗੇ ਰਸਤਾ ਨਿਕਲਿਆ। ਹੁਣ ਵੇਖੋ, ਜਦੋਂ ਆਪਾਂ ਅਸਤਰ ਦੇ ਬਾਰੇ ਦੇਖਦੇ ਕਿ ਅਸਤਰ ਤੇ ਏਡੀ ਵੱਡੀ ਮੁਸੀਬਤ ਪੈ ਗਈ, ਉਹ ਦੱਸਿਆ ਕਿ ਮਰਦਕਈ ਜਿਹੜਾ ਉਹਦਾ ਬ੍ਰਦਰ ਸੀ, ਜਿਹੜੀ ਅਸਤਰ ਉਹਦੇ ਚਾਚੇ ਦੀ ਬੇਟੀ ਸੀ, ਔਰ ਮਰਦਕਈ ਉਹਦਾ ਬ੍ਰਦਰ ਸੀ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਜਦ ਮਰਦਕਈ ਨੂੰ ਪਤਾ ਲੱਗਾ ਕਿ ਯਹੂਦੀ ਕੌਮ ਨੂੰ ਰਾਜਾ ਮਾਰਨ ਵਾਲਾ ਵਾ, ਦੱਸਿਆ ਕਿ ਹਾਮਾਨ ਜਿਹੜਾ ਉਹਦੇ ਵਿਰੁੱਧ ਸੀ, ਦੱਸਿਆ ਕਿ ਜਦੋਂ ਰਾਜੇ ਨੂੰ 2 ਲੋਕ ਮਾਰਨ ਵਾਲੇ ਸੀ ਔਰ ਬਚਾਇਆ ਮਰਦਕਈ ਨਹੀਂ ਸੀ, ਤੇ ਬਾਈਬਲ 'ਚ ਲਿਖਿਆ ਮਰਦਕਈ ਨੂੰ, ਰਾਜੇ ਨੂੰ ਨਹੀਂ ਪਤਾ ਮੈਨੂੰ ਮਰਦਕਈ ਨੇ ਬਚਾਇਆ ਵਾ। ਔਰ ਬਾਈਬਲ 'ਚ ਲਿਖਿਆ ਕਿ ਉਸ ਬੰਦੇ ਨੂੰ ਅਹੁਦਾ ਦਿੱਤਾ ਗਿਆ ਜਿਹੜਾ ਹਾਮਾਨ ਸੀ, ਔਰ ਹਾਮਾਨ ਨੂੰ ਸਾਰੇ ਲੋਕ ਮੱਥਾ ਟੇਕਦੇ ਸੀ, ਉਹਨੂੰ ਮੱਥਾ ਟੇਕਦੇ, ਪਰ ਜਿਹੜਾ ਮਰਦਕਈ ਉਹ ਪਰਮੇਸ਼ਰ ਦਾ ਬੰਦਾ ਸੀ, ਉਹ ਸਵਾਏ ਪਰਮੇਸ਼ਰ ਤੋਂ ਕਿਸੇ ਉਹਦੇ ਅੱਗੇ ਮੱਥਾ ਨਹੀਂ ਸੀ ਟੇਕਦਾ। ਇਸੇ ਕਰਕੇ ਦੱਸਿਆ ਕਿ ਜਿਹੜਾ ਮਰਦਕਈ ਸੀ ਉਹ ਹਾਮਾਨ ਦੇ ਨਾਲ ਵੈਰ, ਹਾਮਾਨ ਜਿਹੜਾ ਮਰਦਕਈ ਨਾਲ ਵੈਰ ਰੱਖਦਾ ਸੀ ਕਿ ਇਹ ਬੰਦਾ ਮੇਰੇ ਅੱਗੇ ਝੁਕਦਾ ਨਹੀਂ, ਬਾਕੀ ਸਾਰੇ ਮੇਰੇ ਅੱਗੇ ਝੁਕਦੇ। ਇਸ ਕਰਕੇ ਉਹ ਪਰਮੇਸ਼ਰ ਦਾ ਬੰਦਾ ਸੀ। ਜਿਸ ਤਰ੍ਹਾਂ ਸਦਰਕ ਮਿਸਕ ਅਬਦਨਗੋ ਨਹੀਂ ਝੁਕਿਆ, ਹਾਮਾਨ ਮਰਦਕਈ ਨਹੀਂ ਝੁਕਿਆ, ਤੇ ਐਂਡ ਤੇ ਮਰਦਕਈ ਨੂੰ ਵੇਖੋ ਕਿਹੜਾ ਅਹੁਦਾ ਮਿਲਿਆ। ਬਾਈਬਲ 'ਚ ਲਿਖਿਆ ਜਿਹੜਾ ਹਾਮਾਨ ਸੀ ਉਹਨੇ 50 ਹੱਥ ਸਲੀਬ ਬਣਾਈ ਸੀ ਜਿਹਦੇ ਤੇ ਉਹਨਾਂ ਮਰਦਕਈ ਨੂੰ ਚੜਾਉਣਾ ਸੀ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਜਦ ਉਸਨੇ ਐਸਤਰ ਨੂੰ ਬੋਲਿਆ ਕਿ ਤੂੰ ਰੋਜ਼ਾ ਰੱਖ, ਉਹਨੇ ਆਪਣੇ ਬੰਦਿਆਂ ਨੂੰ ਭੇਜਿਆ ਸਲਾਹ ਕਰ। ਦੱਸਿਆ ਕਿ ਜਦੋਂ ਉਹਨਾਂ ਨੇ ਆਣ ਕੇ ਦੱਸਿਆ ਕਿ ਮਰਦਕਈ ਨੇ ਆਪਣੇ ਕੱਪੜੇ ਲਾ ਲਿਆ, ਤੋਂ ਰੋਜ਼ੇ ਤੇ ਬੈਠ ਗਿਆ। ਔਰ ਬਾਈਬਲ ਦੇ ਵਿੱਚ ਲਿਖਿਆ ਉਹਨੇ ਆਪਣੀਆਂ ਸਹੇਲੀਆਂ, ਜਿਹੜੀਆਂ ਉਹਦੀਆਂ ਖੁਸਰੇ ਉਹਦੀਆਂ ਸਹੇਲੀਆਂ ਸੀ ਅਸਤਰ ਮਲਕਾ ਦੀਆਂ, ਉਹਨੇ ਬੋਲਿਆ ਕਿ ਉਹਨੂੰ ਕੱਪੜੇ ਦੇ ਕੇ ਉਹਨੂੰ ਬੋਲੋ, ਪਰ ਉਹਨੇ ਬੋਲਿਆ ਕਿ ਨਹੀਂ, ਮੈਂ ਨਹੀਂ ਕਰਾਂਗਾ। ਵੇਖੋ ਮੇਰੇ ਜੀ ਸਾਥੀਓ, ਕੋਈ ਸਾਡੇ ਤੇ ਅੱਜ ਮੁਸੀਬਤ ਆਉਂਦੀ ਆ, ਸਾਨੂੰ ਫਾਸਟਿੰਗ ਰੱਖਣ ਦੀ ਲੋੜ ਆ, ਸਾਨੂੰ ਲੜਨ ਦੀ ਲੋੜ ਆ। ਅਸੀਂ ਕੰਪਲੇਂਟ ਨਹੀਂ ਕਰਨੀ ਕਿ ਪ੍ਰਭੂ ਕੀ ਹੋ ਰਿਹਾ, ਪਾਸਟਰ ਨੂੰ ਫੋਨ ਕਰੀ ਜਾਣਾ। ਤੁਸੀਂ ਆਪਣੀ ਫਾਈਟ ਆਪ ਕਰੋ। ਹਾਂ, ਤੁਹਾਨੂੰ ਨਹੀਂ ਉਤਰ ਆ ਰਿਹਾ, ਫਿਰ ਤੁਸੀਂ ਆਪਣੇ ਆਗੂ ਦੇ ਨਾਲ ਗੱਲ ਕਰੋ, ਉਹ ਤੁਹਾਨੂੰ ਪਵਿੱਤਰ ਬਾਈਬਲ ਦੇ ਦੁਆਰਾ ਭੇਦ ਦੇਗਾ, ਆਤਮਾ ਦੀ ਗਵਾਹੀ ਦੱਸੇਗਾ, ਜੋ ਹੋਲੀ ਸਪਿਰਿਟ ਬੋਲੇਗਾ ਉਹ ਦੱਸੇਗਾ। ਤੁਸੀਂ ਧਿਆਨ ਦੇ ਕੇ ਉਸ ਕੰਮ ਨੂੰ ਕਰੋਗੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕੀ ਕਰਨਾ। ਹੁਣ ਬਾਈਬਲ ਦੇ ਵਿੱਚ ਲਿਖਿਆ ਮਰਦਕਈ ਨੇ ਕੀ ਬੋਲਿਆ ਕਿ ਮਲਕਾ ਜੇ ਤੂੰ ਗੱਲ ਕਰੇਂਗੀ ਠੀਕ ਆ, ਨਹੀਂ ਤੇ ਫਿਰ ਸਾਡੀ ਜਿਹੜੀ ਮਦਦ ਕੀ ਹੋਰ ਪਾਸਿਓਂ ਆਏਗੀ। ਪਰ ਬਾਈਬਲ ਦੇ ਵਿੱਚ ਲਿਖਿਆ ਕਿ ਅਸਤਰ ਮਲਕਾ ਨੇ ਕੀ ਕੀਤਾ, ਆਪਣੀਆਂ ਸਹੇਲੀਆਂ ਨੂੰ ਸ਼ੋਸ਼ਣ ਦੇ ਮਹਿਲ ਵਿੱਚ ਰਹਿੰਦੀ ਸੀ, ਦੱਸਿਆ ਕਿ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਉਹਨੇ 3 ਦਿਨ ਦਾ ਫਾਸਟਿੰਗ ਰੱਖਿਆ। ਉਹਨੇ 3 ਦਿਨ ਦਾ ਫਾਸਟਿੰਗ ਰੱਖ ਕੇ ਆਪਣੀ ਯਹੂਦੀ ਕੌਮ ਨੂੰ ਬਚਾਇਆ। ਹੁਣ ਇਹ ਜਗ੍ਹਾ ਤੇ ਜਦ ਅਸੀਂ ਪਰਮੇਸ਼ਰ ਦਾ ਵਚਨ ਮੰਨਿਆ, ਪੜਿਆ, ਇੱਥੇ ਕੀ ਸਿੱਖਿਆ ਕਿ ਉਹਨਾਂ ਰਾਜੇ ਦੇ ਹੁਕਮ ਨੂੰ ਨਾ ਸੁਣਨਾ ਪਸੰਦ ਕੀਤਾ, ਕਿਉਂਕਿ ਸਿਰਫ ਪ੍ਰਭੂ ਦੇ ਹੁਕਮ ਨੂੰ ਸੁਣਦੇ। ਅੱਜ ਕਿੰਨੇ ਲੋਕ ਡਰਪੋਕ ਨੇ, ਡਰ ਰਹੇ ਨੇ, ਵੇਖੋ ਘਰਾਂ ਚੋਂ ਨਹੀਂ ਨਿਕਲ ਰਹੇ, ਕਿੰਨੇ ਡਰਦੇ। ਹੁਣ ਵੇਖੋ ਅਸੀਂ ਵੀ ਜਾਣੇ ਲਗਾਤਾਰ, ਸਾਨੂੰ ਵੀ ਬਿਮਾਰੀ ਦਾ ਡਰ, ਪਰ ਅਸੀਂ ਸੋਚਦੇ ਕਿ ਪ੍ਰਭੂ ਸਾਡੇ ਨਾਲ ਹੈ, ਉਹ ਸਾਨੂੰ ਬਚਾਉਣ ਦੀ ਸਾਮਰਥ ਰੱਖਦਾ, ਉਹ ਅੱਗ ਚੋਂ ਬਚਾਉਣ ਦੀ ਸਾਮਰਥ ਰੱਖਦਾ। ਸਦਰਕ ਮਿਸਕ ਅਬਦਨਗੋ ਨੂੰ ਬਚਾ ਸਕਦਾ, ਮਰਦਕਈ ਨੂੰ ਬਚਾ ਸਕਦਾ, ਐਸਤਰ ਨੂੰ ਬਚਾ ਸਕਦਾ, ਯਹੂਦੀ ਕੌਮ ਨੂੰ ਬਚਾ ਸਕਦਾ। ਮੈਂ ਕਹੋ ਤੁਹਾਨੂੰ ਵੀ ਬਚਾ ਸਕਦਾ ਜਿਨ ਲੋਕ ਬਾਈਬਲ ਨੂੰ ਸੁਣਦੇ ਨੇ। ਜੇ ਤੁਹਾਡੇ ਜੀਵਨ ਦੇ ਵਿੱਚ ਅਗਲਾ ਜੋ ਮੇਰਾ ਵਚਨ ਹੈਗਾ ਜ਼ਰਾਬਾਮ, ਪ੍ਰਭੂ ਜੀ ਕਹਿ ਰਹੇ ਕਿ ਜ਼ਰਾਬਾਮ ਦਾ ਚੈਪਟਰ ਬਹੁਤ ਜਲਦ ਤੁਹਾਨੂੰ ਸੁਣਾਇਆ ਜਾਏਗਾ ਕਿ ਜ਼ਰਾਬਾਮ ਦੀਆਂ ਗਲਤੀਆਂ, ਜਦ ਜ਼ਰਾਬਾਮ ਨੇ ਗਲਤੀ ਕੀਤੀ ਆ, ਮੂਰਤ ਨੂੰ ਮੱਥਾ ਟਿਕਵਾਇਆ, ਔਰ ਬਾਈਬਲ 'ਚ ਲਿਖਿਆ ਉਸੇ ਵਕਤ ਦੀ ਬਾਹਰ ਰੋਕੀ ਉਹ ਜਗ੍ਹਾ ਤੇ। ਅਗਲਾ ਜੋ ਮੇਰਾ ਚੈਪਟਰ ਦੂਸਰਾ ਰਾਜਾ ਉਹਦਾ 13 ਔਰ 14 ਮੈਂ ਪੜਾਂਗਾ ਅਗਲੇ ਕੱਲ, ਅੱਜ ਨਹੀਂ ਕੱਲ ਮੈਂ ਪੜਾਂਗਾ। ਔਰ ਬਹੁਤ ਸਾਰੀਆਂ ਬਾਈਬਲ ਸਟੋਰੀਆਂ ਜਿਹੜੇ ਤੁਸੀਂ ਸੁਣੋਗੇ ਤੁਹਾਨੂੰ ਤਸੱਲੀ ਮਿਲੇਗੀ, ਤੁਸੀਂ ਜ਼ਬਰਦਸਤ ਪ੍ਰੀਚਿੰਗ ਮਾਸਟਰ ਬਣੋਗੇ ਜੇ ਤੁਹਾਡੇ ਅੰਦਰ ਚਾਹਤ ਹੋਏਗੀ। ਆਮੀਨ। ਹੁਣ ਇਹ ਜਗ੍ਹਾ ਤੇ ਮਰਦਕਈ ਨੂੰ ਵੇਖਿਆ ਕਿ ਮਰਦਕਈ ਨੇ ਝੁਕਿਆ ਨਹੀਂ, ਹਾਮਾਨ ਦੇ ਅੱਗੇ ਝੁਕਿਆ ਨਹੀਂ, ਕਿਉਂਕਿ ਉਹਨੂੰ ਪਰਮੇਸ਼ਵਰ ਦਾ ਬੰਦਾ ਸੀ। ਔਰ ਜਿੰਨੇ ਵੀ ਹੋਲੀ ਸਪਿਰਿਟ ਦੇ ਬੰਦੇ, ਪ੍ਰਭੂ ਦੇ ਬੰਦੇ ਆ, ਉਹ ਕਦੀ ਵੀ ਕਿਸੇ ਅੱਗੇ ਨਹੀਂ ਝੁਕਦੇ, ਨਾ ਕਿਸੇ ਮੂਰਤ ਨੂੰ ਮੱਥਾ ਟੇਕਦੇ ਆ। ਇਸ ਕਰਕੇ ਦਲੇਰੀ ਇਹ ਤੁਹਾਡੇ ਜੀਵਨ ਦੇ ਵਿੱਚ ਮੈਂ ਦੇਖਣੀ ਚਾਹੁੰਦਾ। ਅਗਲੀ ਸਾਈਡ ਤੇ ਜਦ ਮੈਂ ਇਹ ਜਗ੍ਹਾ ਤੇ ਦੇਖਿਆ, ਖੁਦ ਰਾਜੇ ਨੇ ਆਪਣੇ ਮੂੰਹ ਤੋਂ ਕਬੂਲ ਕੀਤਾ ਵਾ ਕਿ ਤੁਸੀਂ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਵਾ। ਅਗਲੀ ਸਾਈਡ ਤੇ ਅਤੇ ਆਪਣੇ ਸ਼ਰੀਰਾਂ ਤੇ ਨਜ਼ਰ ਕੀਤੀ ਅਤੇ ਆਪਣੇ ਪਰਮੇਸ਼ਰ ਬਿਨਾਂ ਕੋਈ ਹੋਰ ਕਿਸੇ ਦੀ ਸੇਵਾ ਤੇ ਬੰਦਗੀ ਨਾ ਕੀਤੀ। ਦੱਸਾਂ ਕਿ ਤੁਸੀਂ ਮੇਰੇ ਹੁਕਮ ਨੂੰ ਟਾਲਿਆ ਤੇ ਤੁਸੀਂ ਹੋਰ ਕਿਸੇ ਦੇਵਤੇ ਦੀ ਤੇ ਨਾ ਹੋਰ ਕਿਸੇ ਦੀ ਸੇਵਾ ਤੇ ਨਾ ਹੀ ਦੀ ਬੰਦਗੀ ਕੀਤੀ। ਰਾਜਾ ਖੁਦ ਆਪਣੇ ਮੂੰਹ ਤੋਂ ਕਨਫੈਸ ਕਰ ਰਿਹਾ,
खुद मुंह तो मान रहा कि तुसीं जिंदे परमेश्वर दे बंदे ने। क्यों? क्योंकि राजे ने अपनी अखां दे नालों चिन्ह चमत्कार नूं वेखिया। अज मेरे जी साथियों, बहुत सारे लोग चमत्कार तो बिना प्रभु दे विश्वास नहीं करते। जे तुसीं चमत्कार देखना चाहते पढ़ो बाइबल, किन्ने चमत्कार ने प्रभु दे, लगातार चमत्कार देखो। अगली साइड ते जद दी मैं 29 आयत पढ़ांगा, इत्थे लिखिया, इसे करके मैं ये हुक्म जारी करदा हां कि जो लोग ਜਾਂ ਕੋਮਾ ਜਾਂ ਭਾਖਿਆ ਸਦਰਕ ਮਿਸਕ ਅਬਦਨਗੋ ਦੇ ਪਰਮੇਸ਼ਰ ਦੇ ਵਿਰੁੱਧ ਕੋਈ ਬੁਰੀ ਗੱਲ ਆਖਣ ਤਾਂ ਉਹਨਾਂ ਦੇ ਟੁਕੜੇ ਕੀਤੇ ਜਾਣ ਅਤੇ ਉਹਨਾਂ ਦੇ ਘਰਾਂ ਕੂੜੇ ਦੇ ਢੇਰ ਹੋ ਜਾਣ। ਆਮੀਨ। ਹੁਣ ਵੇਖੋ ਰਾਜਾ ਕੀ ਕਹਿ ਰਿਹਾ, ਹੁਣ ਮੈਂ ਕੋ ਹੁਕਮ ਜਾਰੀ ਕੀਤਾ ਵਾ, ਜਿਹੜਾ ਸਦਰਕ ਮਿਸਕ ਅਬਦਨਗੋ ਦੇ ਪਰਮੇਸ਼ਰ ਦੇ ਖਿਲਾਫ ਬੋਲਦਾ ਤੋ ਕੀ ਕਰ ਟੋਟੇ ਟੋਟੇ ਕੀਤੇ ਜਾਣ, ਤਾਂ ਉਹਨਾਂ ਦੇ ਘਰ ਢੇਰ ਕੀਤੇ ਜਾਣ। ਉਹ ਬੰਦਾ ਜਿਹੜਾ ਪਹਿਲੇ ਪ੍ਰਭੂ ਦੇ ਖਿਲਾਫ ਸੀ, ਅੱਜ ਮੇਰੇ ਜੀ ਸਾਥੀਓ ਤੁਹਾਡੇ ਇਲਾਕੇ 'ਚ ਜਾਂ ਤੁਹਾਡੇ ਘਰ 'ਚ ਕੋਈ ਵੀ, ਮੈਂ ਤੁਹਾਨੂੰ ਦੱਸਦਾ ਕਿ ਪ੍ਰਭੂ ਦੇ ਖਿਲਾਫ ਬੋਲਦਾ, ਇਸ ਵਚਨ ਦੁਆਰਾ ਸ਼ੁਰੂ ਕਿ ਪ੍ਰਭੂ ਜਿੱਦਾਂ ਨਬੂਦਕ ਨਸਰ ਰਾਜੇ ਨੂੰ ਬਦਲਿਆ, ਮੇਰੇ ਘਰ ਦੇ ਵਿੱਚ ਜਿਹੜੇ ਲੋਕ ਪਰਮੇਸ਼ਰ ਨੂੰ ਮਜ਼ਾਕ ਕਰਦੇ ਆ, ਪ੍ਰਭੂ ਦੇ ਦਾਸਾਂ ਦੇ ਖਿਲਾਫ ਬੋਲਦੇ ਆ, ਆਤਮਾ ਦੇ ਵਿੱਚ ਛੂ ਉਹਨਾਂ ਨੂੰ ਪ੍ਰਭੂ ਦੇ ਹੱਥਾਂ ਵਿੱਚ ਦਿਓ ਕਿ ਪਰਮੇਸ਼ਰ ਉਹਨੂੰ ਮੈਂ ਛੂਣਾ ਆਤਮਾ ਦੇ ਵਿੱਚ। ਜਿੱਦਾਂ ਨਬੂਦਕ ਨਸਰ ਰਾਜੇ ਦੇ ਦਿਲ ਔਰ ਦਿਮਾਗ ਨੂੰ ਬਦਲਿਆ, ਉਹਨੇ ਆਪਣੇ ਮੂੰਹ ਤੋਂ ਤੇਰੀ ਸਿਫਤ ਕੀਤੀ ਆ, ਉਸੇ ਤਰ੍ਹਾਂ ਉਹ ਬੰਦਾ ਜਿਹੜਾ ਮੇਰੇ ਘਰ 'ਚ ਮੇਰੇ ਪ੍ਰਭੂ ਦੇ ਖਿਲਾਫ ਬੋਲਦਾ, ਉਹ ਸਿਫਤ ਕਰੇ। और मैं परमेश्वर के सामर्थी नाम दे विच बोलदा कि उन्होंने शो वो जे लाइफ सदरक मिसक अबदनगो दी नबूदक नसर दी उन्हां दे द्वारा चेंज कर सकदा, मैं कहा तुहाडे द्वारा भी चेंज होणगे। आमीन। उस तो गाड़ी क्यों जो होर कोई देवता नहीं जिहड़ा इस प्रकार बचा सके। आमीन। वेखो की कह रहा भी होर कोई देवता नहीं आ जिहड़ा इस प्रकार बचा सके। क्यों? क्योंकि उन्हें अपनी अखां नाल चमत्कार वेखिया कि 7 गुणा भट्टी दा तेज वधाता, ते बाइबल च लिखिया भट्टी जिहड़ी बिल्कुल ठंडी सीत हो चुकी आ। मेरे जी साथियों, तुसीं उस परमेश्वर नूं मनदे जे जिहड़ा तुहानूं बलदी होई भट्टी चों बचाउण दी सामर्थ रखदा, क्योंकि खुद राजे ने अपने मुंह तो बोलिया कि कोई परमेश्वर नहीं जिहड़ा तुहानूं सानू बचा सके। देखिया ना, क्यों जो और कोई देवता नहीं जिहड़ा इस प्रकार बचा सके। आंदा कोई भी देवता नहीं है जिद्दां इन्हां नूं अग चों परमेश्वर ने बचाया, कोई नहीं बचा सकदा। लास्ट आयत इत्थे लिखिया, फिर तां राजे ने सदरक मिसक अते अबदनगो ते बाबल दे सूबे विच उच्चा कीता। आमीन। हुण मेरे जी साथियो, इन्हां नूं उच्चा कीता गया वा। इन्हां नूं उच्चा किने कीता? इन्हां दे विश्वास ने, क्योंकि इन्हां प्रभु दे विश्वास कीता ते इन्हां दे द्वारा राजे ने किड्डा वड्डा चमत्कार प्रभु दा वेखिया। क्योंकि भी एक परमेश्वर दा प्लान सी कि बंदे भट्टी विच सुੱਟੇ जाण ते राजा परमेश्वर दे कम्मां नूं देखे कि जिहड़ा अपनी मूर्त बना रिहा। इस करके मेरे जी साथियो, ये प्लानिंग सारी मेरे होली स्पिरिट पिता दी। जे तुसीं परमेश्वर दी आग्यावां नूं मनोगे, जे तुसीं प्रभु दी आग्यावां दे विच रहोगे, मैं कहा तुहानूं चिंता करन दी लोड़ नहीं है। इत्थे हुण की लिखिया, खुद राजे ने प्रभु दी सिफत कीती आ, उस तो बाद नाल ही वेखो परमेश्वर ने उन्हां नूं उच्चा भी कीता। प्रभु दे उस राजे ने उन्हां नूं उच्चा भी कीता। किदां? क्योंकि विश्वास विच मजबूत रहे, वो डोले नहीं आ। उन्हां किसी गल दी चिंता नहीं कीती कि असीं अज मर जावांगे ते मर जावांगे, पर तेरी मूर्ति नूं मत्था नहीं कदी टेकांगे। फिर उसे राजे ने प्रभु की सिफत की है, दसा कि उन्होंने बाबल शहर में की किया, उच्चा किया। किन्हां नूं? जिन्हां नूं बलदी अग सुट्टदा। हुण वो लोग जिन्हां ने अपने की वेखे, जिन्हां मत्थे टेक तो प्रभु दे बंदे नहीं आ। इस करके मेरे जी साथियों, अज दा कितना जबरदस्त असीं वचन सुनिया कि परमेश्वर दा वचन सानूं स्ट्रॉन्ग करदा। अज दा वेखो वचन साडे जीवन 'च 100 गुणा फल लैके आए। सब अपने हाथों नूं खड़े करांगे प्रभु दी हुज़ूरी विच और मंगांगे, पिता जिस तरह सदरक मिसक अबदनगो नूं ब्लेस्ड कीता मेरे खुदा, इसे तरह मेरे जीवन दे विच प्रभु जी मेरी लाइफ चेंज करो, मेरी स्टोरी चेंज कर दो। जिन्ने भी मेरे घर विच परमेश्वर के विरुद्ध बोलते हैं, वो लोग प्रभु जी मेरे परमेश्वर की सिफत करन और मेरे नाल मिल के चर्च विच आउण। जिहड़े लोग मेरे दास के खिलाफ बोलते, जिहड़े लोग मेरी मिनिस्ट्री के खिलाफ बोलते हैं, होली गोस्ट पिता मैं उन्हां नूं आत्मा में छूना मेरे पिता। जिस तरह नबूदक नसर का जीवन चेंज किया मेरे पिता, जद उन्हें सदरक मिसक अबदनगो नूं बोलिया कि मेरी मूर्ति नूं मत्था टेको, और बाइबल लिखा कि 60 हाथों की चढ़ाई लंबाई और 6 हाथों की चढ़ाई सी, और बाइबल लिखा सोने की मूर्ति सी, और परमेश्वर
ਜੋ ਰਾਜੇ ਨੇ ਬੋਲਿਆ ਕਿ ਜਦ ਤਾਸ਼ੇ ਬੰਸਰੀਆਂ ਵੱਜਣ ਤੇ ਸਭ ਨੇ ਝੁਕ ਕੇ ਮੈਨੂੰ ਮੱਥਾ ਟੇਕਣਾ। ਔਰ ਬਾਈਬਲ 'ਚ ਲਿਖਿਆ ਪ੍ਰਭੂ ਜੀ ਤੁਹਾਡੇ ਦਾਸ ਸਦਰਕ ਮੀਸ਼ਕ ਅਬਦਨਗੋ ਨੇ ਮੱਥਾ ਨਹੀਂ ਟੇਕਿਆ ਮੇਰੇ ਪਿਤਾ, ਔਰ ਪ੍ਰਭੂ ਤੁਸੀਂ ਉਹਨਾਂ ਨੂੰ ਬਚਾਇਆ। ਅੱਜ ਦਾ ਜੋ ਮੈਂ ਵਚਨ ਸੁਣਿਆ, ਮੇਰੇ ਪਿਤਾ ਮੇਰੇ ਜੀਵਨ 'ਚ 100 ਗੁਣਾ ਫਲ ਆਵੇ। ਜਿਹੜੇ ਲੋਕ ਮੇਰੇ ਖਿਲਾਫ ਨੇ ਅੱਜ ਉਹਨਾਂ ਦੀ ਲਾਈਫ ਚੇਂਜ ਹੋ ਜੇ। ਜਿਹੜੇ ਲੋਕ ਮੇਰੇ ਪਰਮੇਸ਼ਰ ਨੂੰ ਮਜ਼ਾਕ ਕਰਦੇ ਆ, ਜੋ ਨਬੂਦਕ ਨਸਲ ਦੀ ਤਰ੍ਹਾਂ ਉਹਨਾਂ ਦੇ ਜੀਵਨ ਚੇਂਜ ਹੋ ਜਾਣ। ਜਿਸ ਮੂੰਹ ਤੋਂ ਗਲਤ ਸ਼ਬਦ ਬੋਲਦੇ ਆ, ਉਸੇ ਮੂੰਹ ਦੇ ਨਾਲ ਹੀ ਉਹ ਮੇਰੇ ਪਰਮੇਸ਼ਰ ਦੀ ਮਹਿਮਾ ਕਰਨ। ਰੀਬੂ ਨਾ ਮਾਸਾ ਮਾਨਾ ਮਾਸਾ ਨਾ ਵਾਲਾ ਕਾ ਨਾਮਾ ਨੀ ਮਾਨਾ ਮਾਸਾ ਨੇ ਮੈਨੇ ਕਿ ਨੇ ਮੈਨੇ ਕਾ ਮਾਨਾ ਮਾਸਾ ਰਾ ਬਰਾ ਕੋਰੇ ਬੇਸ਼ਬਾ ਬਾਬਾ ਲਾ ਕਾ ਬਾਬਾ ਲੈ ਜ਼ੇਰੇ ਬੇਸੀ ਅਲਾ ਲਾਵਾ। ਆਨਲਾਈਨ ਜਿਹਨੇ ਪ੍ਰੇਅਰ ਸੁਣ ਰਹੇ ਨੇ, ਆਪਣੇ ਦਿਲ ਔਰ ਦਿਮਾਗ ਦੇ ਵਿੱਚੋਂ ਗਲਤ ਫਹਿਮੀਆਂ ਡਾਟੋ, ਗਲਤ ਚੀਜ਼ਾਂ ਨੂੰ ਡਾਟੋ ਜਿਹੜੀਆਂ ਤੁਹਾਨੂੰ ਪਰਮੇਸ਼ਰ ਦੇ ਕਰੀਬ ਆਉਣ ਤੋਂ ਰੋਕਦੀਆਂ, ਜਿਹੜੀਆਂ ਤੁਹਾਨੂੰ ਬਾਈਬਲ ਪੜ੍ਹਨ ਤੋਂ ਰੋਕਦੀਆਂ। ਅੱਜ ਦੀ ਸਟੋਰੀ ਸਦਰਕ ਮਿਸ਼ਕ ਅਬਦਨਗੋ ਦਾ ਮਸਾ ਮੰਗੋ ਆਪਣੇ ਜੀਵਨ 'ਚ। ਸਦਰਕ ਮਿਸ਼ਕ ਅਬਦਨਗੋ ਵਾਂਗੂ ਜੀਣਾ ਮੰਗੋ ਆਪਣੇ ਜੀਵਨ 'ਚ। ਸਦਰਕ ਮਿਸ਼ਕ ਅਬਦਨਗੋ ਵਾਂਗੂ ਕਿ ਪਰਮੇਸ਼ਰ ਦੀ ਉਪਾਸਨਾ ਕਰਨ ਵਾਲਾ ਜੀਵਨ ਮੰਗੋ ਆਪਣੇ ਜੀਵਨ 'ਚ। ਬਾਬਾ ਬਾਬਾ ਬਾਰੇ ਬੇਸ਼ੇਰੇ ਬੇਰੇ ਕੇ ਬੇਰੇ ਕਨਾ ਮਸੂਰੀ ਬਿਨੀ ਕਨਾ ਮਜ਼ਰਾ ਬਰਾ ਕਲਾ ਬਲਾ ਕੇ ਬੇਰੇ ਅਰੇ ਬੇਲੇ ਕੇ ਬੇਨੇ ਕਲਾ ਬਜ਼ਰਾ ਬਰਾ ਕਲਾ ਬਲਾ ਕੇ ਬੇਲੇ ਕੇ ਬੇਲੇ ਕਮਲਾ ਬਜ਼ਰੇ ਬੇਰੇ ਕੇ ਬਿਨੀ ਕਾ ਬਲਾ ਜ਼ਰਾ ਬਰਾ ਕਲਾ ਬਲਾ ਕੇ ਬੇ ਸਾਪਰਾ ਸ਼ਿਫਾ ਸ਼ਿਫਾ। ਔਰ ਪ੍ਰਭੂ ਜੀ ਕਹਿ ਰਹੇ ਕਿ ਦੁਬਾਰਾ ਜਿੰਨੇ ਲੋਕ ਇਸ ਵਚਨ ਨੂੰ ਸੁਣ ਰਹੇ ਆ, ਆਪਣੇ ਘਰਾਂ ਦੇ ਵਿੱਚ ਰਿਪੀਟ ਕਰੋ, ਇਹਨੂੰ ਧਿਆਨ ਦੇ ਕੇ ਪੜੋ, ਆਪਣੀਆਂ ਡਾਇਰੀਆਂ ਤੇ ਨੋਟ ਕਰੋ ਕਿ ਇਸ ਵਚਨ ਚੋਂ ਅਸੀਂ ਕੀ ਸਿੱਖਿਆ ਪਾਈਏ। ਆਮੀਨ। ਅੱਜ ਇਸ ਵਚਨ ਚੋਂ ਕੀ ਸਿੱਖਿਆ ਕਿ ਸਾਡੇ ਉੱਪਰ ਕੋਈ ਵੀ ਮੁਸੀਬਤ ਆਏ, ਅਸੀਂ ਆਪਣਾ ਸਿਰ ਕਦੀ ਵੀ ਦੂਸਰੇ ਦੇਵਤੇ ਦੇ ਅੱਗੇ ਨਹੀਂ ਝੁਕਾਵਾਂਗੇ, ਮੂਰਤ ਦੇ ਅੱਗੇ ਨਹੀਂ ਝੁਕਾਵਾਂਗੇ। ਪ੍ਰਭੂ ਕਹਿ ਰਹੇ ਕਿ ਮੇਰਾ ਦਾਸ ਤੁਹਾਡੇ ਨਾਲ ਪਿਆਰ ਕਰਦਾ, ਉਹ ਤੁਹਾਨੂੰ ਬਦਲਣਾ ਚਾਹੁੰਦਾ, ਉਹ ਆਪਣੇ ਵਰਗਾ ਤੁਹਾਨੂੰ ਵੇਖਣਾ ਚਾਹੁੰਦਾ ਕਿ ਜਿੱਦਾਂ ਮੈਂ ਗੈਰਤੀ ਆ, ਮੈਂ ਤੁਹਾਡੇ ਜੀਵਨ 'ਚ ਗੈਰਤ ਨੂੰ ਵੇਖਣਾ ਚਾਹੁੰਦਾ। ਤੁਹਾਡੇ ਘਰਾਂ ਦੇ ਵਿੱਚ ਬੇਹੱਦ ਪ੍ਰਭੂ ਜੀ ਕਹਿ ਰਹੇ ਕਿ ਬੇਹੱਦ ਪ੍ਰਭੂ ਜੀ ਕਹਿ ਰਹੇ ਕਿ ਮੈਂ ਤੁਹਾਡੇ ਘਰਾਂ ਵਿੱਚ ਪ੍ਰਾਰਥਨਾ ਦੇ ਲੇਬਲ ਦੇਖਣਾ ਚਾਹੁੰਦਾ ਕਿ ਤੁਹਾਡਾ ਪ੍ਰੇਅਰ ਦਾ ਲੇਬਲ ਬਣੇ। ਅਣ ਆਗਿਆਕਾਰੀ ਪ੍ਰਭੂ ਜੀ ਕਹਿ ਰਹੇ ਕਿ ਤੁਹਾਡੇ ਘਰਾਂ ਨੂੰ ਛੱਡ ਕੇ ਜਾਏ। ਮਿਹਨਤ ਦੇ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਡਬਲ ਮਸਾ ਬੜੇ, ਪ੍ਰਾਰਥਨਾ ਦਾ ਲੇਬਲ ਬੜੇ। ਕੰਨਾਂ ਦੀ ਜਲੂਨ ਦੇ ਵਚਨ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਬਹੁਤ ਸਾਰੇ ਸੁਣੇ, ਜਿਨ੍ਹਾਂ ਚੋਂ ਤੁਹਾਨੂੰ ਪਰਮੇਸ਼ਰ ਕਹਿ ਰਹੇ ਕਿ ਕੋਈ ਵੀ ਤੁਹਾਡੀ ਲਾਈਫ ਚੇਂਜ ਨਹੀਂ ਹੋਈ। ਅੱਜ ਤਾਂ ਮਸਾ ਪ੍ਰਭੂ ਜੀ ਕਹਿ ਰਹੇ ਕਿ ਡਬਲ ਟ੍ਰਿਪਲ ਗੁਣਾ ਵੱਧ ਰਿਹਾ। ਹੋਲੀ ਗੋਸਟ ਯਾਰਾ ਬਾਰਾ ਬਾ ਨਾ ਬੋਜ਼ੇਰੇ ਮੇਨੀ ਕਾਨਾਮਾ Nabina manama samana kushe benege nebena kana masore beni kanama shabana manakore beni kini manaka mosone beni kamala zere beni kana la bazore beni na labini kana la bazere beni na kala bazara bara bala kala bazere beni beni kala bazara bala kabale ke beni shabili bi shifa shifa। परमेश्वर का आत्मा कह रहा है मैं किसी लेडी ਨੂੰ ਦੇਖ ਰਿਹਾ, ਕੋਈ ਲੇਡੀ ਆ, ਉਹ ਆਪਣੀ ਮਰਜ਼ੀ ਨਾਲ ਪ੍ਰਭੂ ਜੀ ਕਹਿ ਰਹੇ ਕਿ ਸੇਵਕਾਈ ਕਰ ਰਹੇ ਨੇ, ਪਰ ਪ੍ਰਭੂ ਜੀ ਕਹਿ ਰਹੇ ਕਿ ਉਹਨਾਂ ਦੀ ਸੇਵਕਾਈ ਪਰਮੇਸ਼ਰ ਵੱਲੋਂ ਨਹੀਂ ਆ, ਉਹਨਾਂ ਦੀ ਆਪਣੀ ਮਰਜ਼ੀ ਦੀ ਸੇਵਕਾਈ। ਉਹ ਜਿਹੜੇ ਵੀ ਆ ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਕਿਸੇ ਦਾ ਨਾਮ ਨਹੀਂ ਲਏਗਾ, ਨਾ ਉਹ ਕਿਸੇ ਨੂੰ ਬੋਲੇਗਾ, ਜਿਹੜਾ ਵੀ ਆ ਪ੍ਰਭੂ ਜੀ ਕਹਿ ਰਹੇ ਕਿ ਉਹਦੀ ਸੇਵਕਾਈ ਜਿਹੜੀ ਪ੍ਰਭੂ ਵੱਲੋਂ ਨਹੀਂ ਆ। ਔਰ ਪ੍ਰਭੂ ਜੀ ਕਹਿ ਰਹੇ ਕਿ ਜਿੰਨੇ ਲੋਕ ਸੇਵਾ ਕਰਦੇ ਆ ਉਹਨਾਂ ਨੂੰ ਬੁਲਾਹਟ ਹੁੰਦੀ ਆ, ਉਹ ਬੁਲਾਏ ਗਏ ਨੇ ਪਰਮੇਸ਼ਰ ਦੇ ਕੰਮਾਂ ਲਈ। ਔਰ ਪ੍ਰਭੂ ਜੀ ਕਹਿ ਰਹੇ ਕਿ ਉਹਨਾਂ ਦੇ ਉੱਠਣ ਤੋਂ, ਉਹਨਾਂ ਦੇ ਬੈਠਣ ਤੋਂ, ਉਹਨਾਂ ਦੀ ਗੱਲਬਾਤ ਕਰਨ ਤੋਂ ਤੁਸੀਂ ਚਾਚੋਗੇ ਕਿ ਪਰਮੇਸ਼ਰ ਦਾ ਬੰਦਾ ਵਾ। ਪ੍ਰਭੂ ਕਹਿ ਰਿਹਾ ਮਨ ਦੀ ਘਬਰਾਹਟ ਜਿਨ੍ਹਾਂ ਨੂੰ ਬੇਹੱਦ ਹੋ ਰਹੀ ਆ, ਬੀ ਹੀਲਡ ਸੀਓਰ ਕੋ ਰੀਸੀ ਮਾਨਾ ਬੋਲੇ ਬੇ, ਮਨ ਦੀ ਘਬਰਾਹਟ ਦੀਆਂ ਦੁਸ਼ਟ ਆਤਮਾ ਮੈਂ ਰਾਈਟ ਨਾਓ ਹੁਕਮ ਦੇਣਾ ਜਾਣ ਵਾਸਤੇ, ਜਿਨ੍ਹਾਂ ਦੇ ਪ੍ਰੇਰ ਚ ਮਨ ਨੂੰ ਡੂਡੂ ਕਰਦੇ ਯਿਸੂ ਮਸੀਹ ਦੇ ਨਾਮ ਚ, ਜਿਨ੍ਹਾਂ ਦੇ ਪ੍ਰੇਰ ਚ ਮਨ ਨਹੀਂ ਲੱਗਦੇ ਯਿਸੂ ਮਸੀਹ ਦੇ ਨਾਮ ਤੇ ਸਿੱਖ ਰਾਈਟ ਨਾਓ ਹੋਲੀ ਗੋਸਟ ਫਾਇਰ ਦੇ ਨਾਲ ਡਾੜਦਾ ਗੰਦੀਆਂ ਆਤਮਾਵਾਂ ਨੂੰ, ਗੰਦੇ ਖਿਆਲ ਤੁਹਾਡੇ ਜੀਵਨ ਨੂੰ ਛੱਡ ਕੇ ਚਲੇ ਜਾਣ ਜੋ ਤੁਹਾਨੂੰ ਸੇਵਕ ਦੇ ਖਿਲਾਫ ਬੁਲਾਉਂਦੇ ਨੇ। ਯਿਸੂ ਦੇ ਨਾਮ ਚ ਮੈਂ ਫਾਇਰ ਦੇਣਾ। ਪ੍ਰਭੂ ਜੀ ਕਹਿ ਰਹੇ ਮੈਂ ਗਿਰਦੀਆਂ ਵੇਦੀਆਂ ਨੂੰ ਖੜੇ ਹੁੰਦੇ ਦੇਖ ਰਿਹਾ, ਜੋ ਵੇਦੀਆਂ ਗਿਰ ਗਈਆਂ ਸੀ ਪ੍ਰਭੂ ਜੀ ਕਹਿ ਰਹੇ ਮੈਂ ਖੜੇ ਹੁੰਦੀਆਂ ਦੇਖ ਰਿਹਾ। ਐਸੇ ਲੋਕ ਜਿਨ੍ਹਾਂ ਨੇ ਪ੍ਰਾਰਥਨਾ ਕਰਨੀ ਛੱਡ ਦਿੱਤੀ ਸੀ, ਬਾਈਬਲ ਪੜ੍ਹਨੀ ਛੱਡ ਦਿੱਤੀ ਸੀ, ਪ੍ਰਭੂ ਜੀ ਕਹਿ ਰਹੇ ਕਿ ਉਹਨਾਂ ਨੂੰ ਮੈਂ ਦੇਖ ਰਿਹਾ, ਉਹਨਾਂ ਦੇ ਹੱਥਾਂ 'ਚ ਮੈਂ ਬਾਈਬਲਾਂ ਦੇਖ ਰਿਹਾ, ਉਹਨਾਂ ਦੇ ਮਨਾਂ ਨੂੰ ਮੈਂ ਸਟਰੋਂਗ ਦੇਖ ਰਿਹਾ, ਉਹਨਾਂ ਨੂੰ ਮੈਂ ਬਾਈਬਲ ਪੜ੍ਹਦੇ ਦੇਖ ਰਿਹਾ। ਉਹ ਪਵਿੱਤਰਤਾਈ ਦੇ ਵਿੱਚ ਲਗਾਤਾਰ ਪੜ੍ਹਨਗੇ।
Shama mama mama mama. Shama mama re bebe kana mosuri bi nikinda na baze re be naka. Shami nakula kasinige lege nakala masire be naka. Sabi nakala bashure be kene be le kasiya raba. गले की खांसी प्रभु जी कह रहे कि बेहद लोग कर रहे ने। नौजवान प्रभु जी कह रहे मैं देख रहा जो हत्थां दे विच पवित्र बाइबल पढ़ के झूठियां सोवां खांदे ने। मैं नहीं जानता कौन है, खुदा दा आत्मा मैनूं दस रहा। Rapani kindara mosure beshika na bora kasana ba kinino kuni meshima na buna kanda na mosure beni kindara ba andi rakula kasime ne gera kale besine besi alaba। ऑनलाइन चंगे हो जाओ कांसी दी आत्मा में जान घर दी समस्या जाए। जिन्हें लोग प्रभु जी कह रहे कि इस घर विच रह के गए दोबारा प्रभु जी कह रहे कि तुसी इस जगह ते उन्होंने देखोगे, पर प्रभु जी कह रहे कि मेरा दास इस गल नूं इग्नोर करदा वा कि मैं इस जगह ते ही प्रेयर करांगा। वो जिस जगह ते आ वो जगह ते प्रभु दा आत्मा उन्होंने छूएगा, वो फ्री होंगे। सीआर कौर में निकोर में सीमोन कौर में अमन सीआर कोट इजिमेनी सीआर मैनी गरमो सीमेनी सीआर मा एरिमिन कोल मोशिमा न बोली के मलासिया ला हो शिफा शिफा। अमन कोटली दे विच प्रभु जी कह रहे कि बेहद बढ़ रही है, और प्रभु जी कह रहे कि मैं ओदे दोबारा बहुत सारे लोगों नूं बढ़ता देखांगा। आमीन। मासी अर कोरी ही ना हो से ने बेना का समा शमा रिबू नबा शमा। Holy Ghost. Ba 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 ra ba ba sa ba ra ba sha ba la ba sa ba la ba sa ba la ba. CR कौर में नहीं गिर गिर में CR महू शिफा। परमेश्वर दा आत्मा कह रहे सिस्टर समा और ब्रदर राजन दे वास्ते कि मेकअप तुहाडे वास्ते ठोकर दा कारण बन रहा, और प्रभु जी कह रहे ने कि तुसी इस काम नूं छड्डोगे तो मैं तुहानूं होर भी डबल ट्रिपल गुना इस्तेमाल करांगा। ये परमेश्वर दी आवाज़ आ। प्रभु जी कह रहे कि तुसी जो सुनिया ये बिल्कुल सच आ कि मेरा दास किसी का भी पक्षपात नहीं करता। और प्रभु जी कह रहे कि होली स्पिरिट की आवाज़ आ कि अपने घरां दे विच मेकअप लगाउणा बंद करो, अपनियां बेदियां टुट्टियां नूं खड़े करो जिहड़ियां तुहाडीआं टुट चुकीआं। कन्नां दी जलूण वाले वचन प्रभु जी कह रहे कि तुहानूं बहुत सारे लोग सुणाउणगे, पर प्रभु जी कह रहे कि बचणगे ओही जिहड़े सही सेवकाई और सही तरीके दे नाल सेवकाई कर रहे ने। और प्रभु जी मैनूं दस रहे ने कि बोल कि अपने आप नूं होर बनाउण दी कोशिश ना करो। पवित्र आत्मा की गवाही प्रभु जी कह रहे कि तुहाडे जीवन च बढ़ रही है। नौजवान प्रभु जी कह रहे कि मैं देख रहा जिहड़े माड़े धंधे कर रहे हैं घरां च, प्रभु जी कह रहे कि डकैतियां होणगियां, खून दियां होलियां बहणगियां। पवित्र आत्मा मैनूं दस रहा कि तुसीं अपने लड़ाकियां विच लड़ाइयां ते लड़ाइयां दीयां आवाज़ां सुणोगे। बहुत सारियां नौजवानां दीयां मौतां प्रभु जी कह रहे कि मेरे दास नूं देख रही हूं। और पवित्र आत्मा कह रहा है कि आवाज
ਪਵਿੱਤਰ ਆਤਮਾ ਦੀ ਹੈ ਕਿ ਆਉਣ ਵਾਲਾ ਸਮਾਂ ਬੇਹੱਦ ਲੋਕ ਮਰ ਰਹੇ ਨੇ। ਪ੍ਰਭੂ ਕਹਿ ਰਿਹਾ ਕਿ ਜੇ ਤੁਸੀਂ ਬਚਣਾ ਚਾਹੁੰਦੇ ਜੇ ਤਾਂ ਆਪਣੇ ਹੱਥ ਖੜੇ ਕਰੋ, ਮਾਫੀ ਮੰਗੋ, ਕਨਫੈਸ ਕਰੋ, ਬੁਰੇ ਕੰਮਾਂ ਤੋਂ ਛੱਡ ਦਿਓ, ਬਚ ਜਾਓ, ਬਾਈਬਲ ਪੜ੍ਹੋ, ਰੋਜ਼ਾਨਾ ਪ੍ਰੇਅਰ ਕਰੋ, ਸੰਗਤੀਆਂ ਛੱਡ ਦਿਓ, ਗਲਤ ਕੰਮਾਂ ਨੂੰ ਛੱਡ ਦਿਓ। ਪ੍ਰਭੂ ਜੀ ਕਹਿ ਰਹੇ ਕਿ ਫਿਰ ਤੁਹਾਡਾ ਬਚਾਅ ਆ। ਐਸੇ ਨੌਜਵਾਨ ਪ੍ਰਭੂ ਜੀ ਕਹਿ ਰਹੇ ਮੈਂ ਦੇਖ ਰਿਹਾ ਕਿ ਜਿਨ੍ਹਾਂ ਦੇ ਹੱਥ ਵਿੱਚ ਤਲਵਾਰਾਂ, ਪਿਸਟਲ, ਪ੍ਰਭੂ ਜੀ ਕਹਿ ਰਹੇ ਕਿ ਐਸੇ ਨੌਜਵਾਨ ਜਿਨ੍ਹਾਂ ਦੇ ਹੱਥ ਵਿੱਚ ਪਿਸਟਲ ਵੇਖ ਰਿਹਾ, ਪਿਸਟਲ ਜੋ ਪਿਸਟਲ ਦੇ ਨਾਲ ਪ੍ਰਭੂ ਜੀ ਕਹਿ ਰਹੇ ਕਿ ਗੋਲੀਆਂ ਚਲਾਉਣਗੇ। ਪ੍ਰਭੂ ਦੀ ਆਤਮਾ ਮੈਨੂੰ ਦੱਸ ਰਿਹਾ ਕਿ ਤੁਸੀਂ ਨੌਜਵਾਨਾਂ ਨੂੰ ਵੇਖੋਗੇ ਆਪਣੀਆਂ ਅੱਖਾਂ ਦੇ ਨਾਲ ਕਿ ਜਿਸ ਦਿਨ ਪ੍ਰਭੂ ਦੇ ਦਾਸ ਨੇ ਪ੍ਰੋਫੈਸੀ ਕੀਤੀ ਆ, ਇਹ ਹੋਇਆ ਕਿ ਨਹੀਂ ਹੋਇਆ। ਬੇਹੱਦ ਨੌਜਵਾਨ ਪ੍ਰਭੂ ਜੀ ਕਹਿ ਰਹੇ ਕਿ ਜੋ ਮੀਟਿੰਗ ਦੀ ਲਾਪਰਵਾਹੀ ਕਰ ਰਹੇ ਨੇ, ਆਪਣੇ ਮਨ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਕਿਸੇ ਦੇ ਵਾਸਤੇ ਗਲਤ ਨਾ ਸੋਚੋ, ਕਿਸੇ ਵੀ ਦਾਸ ਦੀ ਖਿਲਾਫਤ ਨਾ ਕਰੋ। ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਹੈ, ਇਹ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਚੱਲ ਰਿਹਾ ਵਾ, ਔਰ ਆਉਣ ਵਾਲਾ ਸਮਾਂ ਪ੍ਰਭੂ ਜੀ ਕਹਿ ਰਹੇ ਕਿ ਸਭ ਤੋਂ ਵੱਧ ਉਹ ਲੋਕ ਇਹਦੇ ਨਾਲ ਪਿਆਰ ਕਰਨਗੇ ਜਿਹੜੇ ਅੱਜ ਲੋਕ ਇਹਦੇ ਖਿਲਾਫ ਚੱਲ ਰਹੇ ਨੇ। ਆਮੀਨ। ਇਹ ਪ੍ਰੋਫੈਸੀ ਹੈ ਜਿਹਨੇ ਲੋਕ ਸੁਣ ਰਹੇ ਨੇ ਆਨਲਾਈਨ। ਪ੍ਰਭੂ ਦਾ ਆਤਮਾ ਬੋਲ ਰਿਹਾ ਕਿ ਜਿਹੜੇ ਲੋਕ ਮੇਰੇ ਦਾਸ ਦੇ ਖਿਲਾਫ ਚੱਲ ਰਹੇ ਆ, ਆਉਣ ਵਾਲੇ ਸਮੇਂ 'ਚ ਉਹੀ ਲੋਕ ਮੇਰੇ ਦਾਸ ਦੇ ਨਾਲ ਮਿਲ ਕੇ ਸੇਵਕਾਈ ਕਰਨਗੇ। ਆਮੀਨ। ਸਭ ਆਪਣੇ ਹੱਥ ਖੜੇ ਕਰਕੇ ਮਾਫੀ ਮੰਗੋਗੇ। ਪਿਤਾ ਸਾਨੂੰ ਮਾਫ ਕਰ, ਸਾਡੇ ਉੱਤੇ ਦਇਆ ਕਰ, ਜੋ ਜਾਣੇ ਅਣਜਾਣੇ ਵਿੱਚ ਮੇਰੇ ਪਿਤਾ ਅਸੀਂ ਗਲਤੀਆਂ ਕੀਤੀਆਂ। ਪ੍ਰਭੂ ਤੁਹਾਡੇ ਮਨ ਨੂੰ ਦੁਖੀ ਕੀਤਾ, ਸਾਨੂੰ ਮਾਫ ਕਰ। ਅਸੀਂ ਤੇਰੇ ਦਾਸ ਦੇ ਖਿਲਾਫ ਬੋਲਿਆ, ਤੇਰੇ ਦਾਸ ਦੀ ਖਿਲਾਫਤ ਕੀਤੀ ਆ। ਅੱਜ ਮੇਰੇ ਪਿਤਾ ਸਾਡੇ ਜੀਵਨ ਦੇ ਵਿੱਚ ਨਿਰਾਸ਼ਾ ਆ, ਪਰੇਸ਼ਾਨੀ ਆ। ਆਪਣੇ ਹੱਥ ਖੜੇ ਕਰਕੇ ਸ਼ੁਭੋ ਪ੍ਰਭੂ ਜੀ ਕਹਿ ਰਹੇ ਕਿ ਕੋਈ ਗੋਲੀ ਦੀ ਧਮਕੀ ਕਿਸੇ ਨੂੰ ਦੇ ਰਿਹਾ ਵਾ, ਮੈਂ ਗੋਲੀ ਮਾਰਨੀ ਆ, ਮੈਨੂੰ ਮਾਰਨਾ। ਪ੍ਰਭੂ ਜੀ ਕਹਿ ਰਹੇ ਕੋਈ ਜਿਹੜਾ ਵੀ ਆ ਉਹ ਗੋਲੀ ਨਹੀਂ ਮਾਰੇਗਾ, ਉਹ ਗੋਲੀ ਪ੍ਰਭੂ ਜੀ ਕਹਿ ਰਹੇ ਕਿ ਰੁਕ ਜਾਏਗੀ, ਉਹ ਗੋਲੀ ਨਹੀਂ ਵੱਜੇਗੀ ਜਿਹਨੂੰ ਗੋਲੀ ਮਾਰਨਾ ਚਾਹੁੰਦਾ। ਮੈਂ ਨਹੀਂ ਜਾਣਦਾ ਕੌਣ ਆ, ਤੇ ਮੈਨੂੰ ਪ੍ਰਭੂ ਦੱਸ ਰਹੇ ਨੇ ਉਹ ਕਿਸੇ ਨੂੰ ਗੋਲੀ ਮਾਰੇਗਾ, ਉਹਦੀ ਗੋਲੀ ਰੁਕ ਜਾਏਗੀ। ਪ੍ਰਭੂ ਜੀ ਕਹਿ ਰਹੇ ਕਿ ਉਹ ਗੋਲੀ ਨਹੀਂ ਵੱਜੇਗੀ। ਜਿਸ ਪਲੈਨਿੰਗ ਦੇ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਉਹ ਪਲਾਨ ਕਰੇਗਾ, ਪਰ ਪ੍ਰਭੂ ਜੀ ਕਹਿ ਰਹੇ ਕਿ ਉਹਦੀ ਪਲੈਨਿੰਗ ਬੇਹੱਦ ਸਮਝਦਾਰੀ ਨਾ ਹੋ ਸਕਦੀ ਆ। ਪਰ ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਉਸ ਬੰਦੇ ਨੂੰ, ਉਹਦੇ ਘਰ ਨੂੰ ਬਰਬਾਦੀ ਦੇ ਰਸਤੇ ਤੋਂ ਬਚਾਏਗਾ। ਆਮੀਨ। ਮੈਂ ਨਹੀਂ ਜਾਣਦਾ ਕੌਣ ਹੈ, ਜਿਹੜਾ ਵੀ ਆ ਪਰਮੇਸ਼ਰ ਦਾ ਆਤਮਾ ਬੋਲ ਰਿਹਾ। ਉਹ ਭੈਣ ਦਾ ਨਾਮ ਆ ਰਿਹਾ, ਉਹ ਭੈਣ ਆ, ਉਹਦੇ ਦੋ ਬੇਟੇ ਆ। ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਉਹਨਾਂ ਦੋ ਬੱਚਿਆਂ ਨੂੰ ਬਦਲਣ ਜਾ ਰਿਹਾ ਵਾ, ਕਿ ਉਹਨਾਂ ਦੇ ਉੱਪਰ ਮਿਹਨਤ ਕੀਤੀ ਜਾਵੇ। ਉਹਨਾਂ ਦੀ ਮਾੜੀ ਸੰਗਤੀ, ਹੱਥ ਵਿੱਚ ਮੋਬਾਈਲ ਔਰ ਖਤਰਨਾਕ ਲੋਕਾਂ ਦੇ ਨਾਲ ਜਾਰੀ